बड़ा इंपॉर्टेंट क्योंकि बहुत बच्चे इत्थों ਮੌਂਟਰੀਅਲ ਵੈਂਕੂਵਰ ਤੋਂ ਵੀ ਟੋਰਾਂਟੋ ਤੋਂ ਵੀ ਮੌਂਟਰੀਅਲ ਜਾਂਦੇ ਕਿ ਰਿਫਿਊਜੀ ਦੀ ਫਾਈਲਾਂ ਲੱਗਦੇ ਕਿ ਰਿਫਿਊਜੀ ਫਾਈਲਾਂ ਉੱਥੇ ਹੀ ਲੱਗਦੀਆਂ ਬਿਲਕੁਲ। ਚਲੋ ਜਿਨ੍ਹਾਂ ਦੇ ਤਾਂ ਪੁਆਇੰਟਸ ਬਣਦੇ ਉਹਨਾਂ ਦਾ ਤਾਂ ਸਾਰਾ ਕੁਝ ਠੀਕ ਹੋ ਰਿਹਾ, ਗੱਲ ਮੇਨਲੀ ਉਹਨਾਂ ਦੀ ਜਿਨ੍ਹਾਂ ਦਾ ਨਹੀਂ ਬਣ ਰਿਹਾ ਕੰਮ। ਸੋ ਤੁਹਾਡੀ ਕੀ ਸਲਾਹ ਹੋਊਗੀ ਕਿਸੇ ਨੇ ਇਸ ਟਾਈਮ ਆਪਣੇ ਬ੍ਰਦਰ ਸਿਸਟਰ ਦਾ ਫੈਮਿਲੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੋਇਆ? ਇਦਾਂ ਨਹੀਂ ਗਾ ਕਿ ਆਪਾਂ ਸਿੰਪਲੀ ਫਾਰਮ ਭਰ ਕੇ ਫਾਈਲ ਜਮ੍ਹਾਂ ਕਰਤੀ ਤੇ ਆਪਾਂ ਨੂੰ ਅਪਰੂਵਲ ਮਿਲ ਜੂਗਾ, ਤਾਂ ਵੀ ਉਹਨਾਂ ਦੇ 425 ਪੁਆਇੰਟ ਬਣਦੇ ਜੇ 1 ਸਾਲ ਕੈਨੇਡਾ 'ਚ ਐਕਸਪੀਰੀਅੰਸ ਗੇਨ ਕਰ ਲੈਣਗੇ। ਕੱਟ ਆਫ ਚੱਲਦੀ 485 486 ਦੇ ਨੇੜੇ। ਕਮਲ ਜੀ, ਕਿਸੇ ਦਾ ਵਿਜ਼ਟਰ ਵੀਜ਼ਾ ਅਗਰ ਪਹਿਲੇ ਰਿਫਿਊਜ਼ ਹੋਇਆ ਹੋਏ ਫਾਈਲਾਂ ਇੱਕ ਵਾਰ ਜਾਂ ਦੋ ਵਾਰ ਔਰ ਅੱਜ ਤੀਜੀ ਵਾਰ ਅਪਲਾਈ ਕਰਨਾ ਤਾਂ ਕੀ ਇੰਪੈਕਟ ਪੈਂਦਾ ਉਹਦਾ ਦੁਬਾਰਾ? ਕੋਈ ਇਦਾਂ ਤਾਂ ਹੈ ਨਹੀਂ ਮੈਂ ਇੱਕ ਪੇਪਰ ਲਾ ਦੂੰ ਜਿਹਦੇ 'ਚ ਮੇਰੀ ਇੰਟੈਂਸ਼ਨ, ਮੇਰੀ ਜੋ ਮੇਰੇ ਮਨ 'ਚ ਗੱਲ ਹੈਗੀ ਉਹ ਪ੍ਰੂਵ ਹੋ ਜਾਊਗੀ। ਕਿਹੜੇ ਕੇਸਿਸ 'ਚ ਤੁਸੀਂ ਰਿਫਿਊਜੀ ਫਾਈਲ ਲਾ ਸਕਦੇ ਹੋ? ਇਹ ਸਾਰੀਆਂ ਚੀਜ਼ਾਂ ਲੀਗਲ ਗਰਾਊਂਡਸ ਤੇ ਪ੍ਰੋਪਰਲੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਐਕਸਪਲੇਨ ਕਰਕੇ ਵੀ ਲਾਉਣੀ ਹੈ। ਤੁਸੀਂ ਆਪਣੇ ਮਾਪਿਓ ਦਾ ਜਿਹੜਾ ਵੀਜ਼ਾ ਹੈ HNC ਕਲਾਸ ਹਿਊਮੈਨਿਟੇਰੀਅਨ ਗਰਾਊਂਡ ਤੇ ਲਾ ਦਿਓ। ਹੋਣਾ ਜ਼ਰੂਰੀ ਹੈ ਕਿ ਵਿਦਨ ਓਨਟਾਰੀਓ ਵੀ ਆਪਣੀ PR ਲੈ ਸਕਦੇ ਹੋ। ਕਾਸ਼ ਦੇ ਆਧਾਰ ਤੇ ਬੇਸਿਕਲੀ ਕਿ ਮੇਰੇ ਕੋਲ ਕੋਈ ਹੋਰ ਆਪਸ਼ਨ ਹੈ ਨਹੀਂ, ਪਰ ਮੈਂ ਇੰਡੀਆ ਨਹੀਂ ਮੁੜ ਕੇ ਜਾ ਸਕਦਾ ਕਿਉਂਕਿ ਮੈਂ ਬਹੁਤ ਸਵੀਅਰ ਹਾਰਡਸ਼ਿਪ ਫੇਸ ਕਰੂੰਗਾ ਜੇ ਮੈਨੂੰ ਇੰਡੀਆ ਵਾਪਸ ਜਾਣਾ ਪਿਆ। PR ਐਪਲੀਕੇਸ਼ਨ ਵਰਸਸ ਵਰਕ ਪਰਮਿਟ ਐਪਲੀਕੇਸ਼ਨ ਵਰਸਸ ਵਿਜ਼ਟਰ ਵੀਜ਼ਾ 'ਚ ਜੋ ਇਨੀਸ਼ੀਅਲ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਕੱਲ ਨੂੰ PR ਦੀ ਐਪਲੀਕੇਸ਼ਨ 'ਚੋਂ ਕ੍ਰਾਸ ਚੈੱਕ ਹੋ ਸਕਦਾ ਜਾਂ ਮੁਸ਼ਕਲ ਆ ਸਕਦੀ ਅਗਰ ਤੁਸੀਂ ਟਰੂ ਇਨਫੋਰਮੇਸ਼ਨ ਨਹੀਂ ਦਿੱਤੀ। ਪ੍ਰਾਈਮ ਇਮੀਗ੍ਰੇਸ਼ਨ ਦੇ ਇਸ ਸੈਗਮੈਂਟ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਮੀਗ੍ਰੇਸ਼ਨ ਇੱਕ ਇੱਦਾਂ ਦਾ ਮੁੱਦਾ ਹੈ ਕਿ ਹਰ ਇੱਕ ਫੈਮਿਲੀ ਨਾਲ, ਹਰ ਇੱਕ ਇੰਡੀਵਿਜੂਅਲ ਨਾਲ ਉਹ ਜੁੜਿਆ ਹੋਇਆ ਹੈ। ਅੱਜ ਦੀ ਡੇਟ 'ਚ ਇਮੀਗ੍ਰੇਸ਼ਨ ਦੇ ਕੀ ਅਪਡੇਟਸ ਹੈ, ਸਾਡੇ ਨਾਲ ਖਾਸ ਗੱਲਬਾਤ ਕਰਨ ਲਈ ਕਮਲ ਮਾਨ ਇਮੀਗ੍ਰੇਸ਼ਨ ਤੋਂ ਮੌਜੂਦ ਹੈ, ਜਿਹੜੇ ਕਿ ਇਮੀਗ੍ਰੇਸ਼ਨ ਐਕਸਪਰਟ ਹੈ ਔਰ ਕਾਫੀ ਇੱਦਾਂ ਦੇ ਉਹਨਾਂ ਦੇ ਵਾਇਰਲ ਵੀਡੀਓਜ਼ ਵੀ ਹੋਏ ਜਿਹਦੇ ਤੇ ਲੋਕ ਕਾਫੀ ਇਨਕੁਆਇਰੀ ਕਰਦੇ ਹੈ। ਲੇਕਿਨ ਕੁਝ ਇੱਦਾਂ ਦੇ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਹੁੰਦੇ ਹੈ ਜਿਹਦੀ ਕੋਈ ਆਥੈਂਟਿਸਿਟੀ ਨਹੀਂ ਹੁੰਦੀ ਜਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੁੰਦੀ। ਅਸੀਂ ਅੱਜ ਗੱਲਬਾਤ ਕਰਾਂਗੇ ਸ਼ੋਅ ਦੇ ਅੰਦਰ ਵਿਜ਼ਟਰ ਵੀਜ਼ਾ, HNC ਕਲਾਸ, ਰਿਫਿਊਜੀ ਕਲਾਸ, ਤੁਹਾਡੀ PR ਦੀ ਐਪਲੀਕੇਸ਼ਨ ਔਰ ਤੁਹਾਡਾ ਕੋਈ ਵੀ ਸਵਾਲ ਹੈ ਉਹ ਵੀ ਤੁਸੀਂ ਭੇਜ ਸਕਦੇ ਹੋ ਕਮਲ ਮਾਨ ਨੂੰ। ਤੇ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ। ਕਮਲ ਜੀ, ਸਵਾਗਤ ਹੈ ਪ੍ਰਾਈਮ ਏਸ਼ੀਆ ਤੇ। ਥੈਂਕ ਯੂ ਸੋ ਮਚ ਨਿਤਿਨ ਜੀ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਕਮਲ ਮਾਨ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਮਲ ਜੀ, ਇਮੀਗ੍ਰੇਸ਼ਨ ਮੁੱਦਾ ਜਿਹੜਾ ਸਾਰਿਆਂ ਨਾਲ ਜੁੜਿਆ ਹੋਇਆ, ਕੀ ਅਪਡੇਟਸ ਹੈ? ਉਹਦੇ ਬਾਅਦ ਮੈਂ ਵਿਜ਼ਟਰ ਵੀਜ਼ਾ ਦੀ ਗੱਲ ਕਰੂੰਗਾ ਕਿਉਂਕਿ ਅੱਜ ਕੱਲ੍ਹ ਅਪਰੂਵਲ ਰੇਟ ਅੱਛਾ ਹੈ। ਲੇਕਿਨ ਅੱਜ ਦੀ ਸਿਨੈਰੀਓ 'ਚ ਕਿਉਂਕਿ ਕੋਵਿਡ ਦੇ ਬਾਅਦ ਅਸੀਂ ਜਦ ਨਿਕਲੇ ਤੇ ਇਮੀਗ੍ਰੇਸ਼ਨ ਦਾ ਕੀ ਅੱਜ ਦੀ ਡੇਟ 'ਚ ਅਪਡੇਟਸ ਹੈਗੀਆਂ? ਬਿਲਕੁਲ ਨਿਤਿਨ ਜੀ, ਸੋ ਕੋਵਿਡ ਦਾ ਜਿਵੇਂ ਆਪਾਂ ਹਰ ਇੱਕ ਫੀਲਡ 'ਚ ਹੀ ਦੇਖ ਲਈਏ, ਚਾਹੇ ਆਪਾਂ ਘਰਾਂ ਦੀ ਪ੍ਰਾਈਸ 'ਚ ਦੇਖ ਲਈਏ, ਆਪਾਂ ਇਮੀਗ੍ਰੇਸ਼ਨ 'ਚ ਦੇਖ ਲਈਏ, ਆਪਾਂ ਇਨਫਲੇਸ਼ਨ 'ਚ ਦੇਖ ਲਈਏ। ਡਿਊਰਿੰਗ ਦਾ ਪੈਂਡੈਮਿਕ ਜੇ ਆਪਾਂ 2020-2021 ਦੀ ਗੱਲ ਕਰੀਏ ਤਾਂ ਆਪਾਂ ਨੂੰ ਕਿਸੇ ਨੂੰ ਕੋਈ ਇੰਪੈਕਟ ਨਹੀਂ ਸੀ ਦਿਖ ਰਿਹਾ। ਥਿੰਗਸ ਵਰ ਗੋਇੰਗ ਰਾਦਰ ਗੁੱਡ 2020-21 ਦੀ ਗੱਲ ਕਰੀਏ। ਪਰ ਜੇ ਹੁਣ ਆਪਾਂ ਲੇਟਰ 2022 ਜਾਂ ਹੁਣ 2023 ਦੀ ਗੱਲ ਕਰਦੇ ਹਾਂ, ਖਾਸ ਕਰਕੇ ਇਮੀਗ੍ਰੇਸ਼ਨ ਦੀ, ਤਾਂ ਥੋੜ੍ਹਾ ਜਿਹਾ ਟਫ ਹੋਇਆ ਉਹਨਾਂ ਬੱਚਿਆਂ ਦੇ ਲਈ ਜਿਹੜੇ ਇੱਥੇ 12ਵੀਂ ਕਰਕੇ ਪੜ੍ਹਾਈ ਕਰਨ ਦੇ ਲਈ ਆਉਂਦੇ ਤੇ ਲੇਟਰ ਔਨ ਜਿਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨੀ ਆ। ਆਪਣੇ ਕੋਲੇ ਆਪਸ਼ਨਸ ਹੈਗੀਆਂ ਬਟ ਨਾਟ ਦੈਟ ਮੈਨੀ ਆਪਸ਼ਨਸ ਜਿੰਨੀਆਂ ਪਹਿਲਾਂ ਹੁੰਦੀਆਂ ਸੀ। ਆਪਾਂ ਖਾਸ ਕਰਕੇ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ, ਪੁਆਇੰਟ ਸਿਸਟਮ ਐਕਸਟ੍ਰੀਮਲੀ ਹਾਈ ਜਾ ਰਿਹਾ, 485 486 ਦੇ ਨੇੜੇ ਪੁਆਇੰਟਸ ਜਾ ਰਹੇ ਆ। ਇਹਦੀ ਜੇ ਹੁਣ ਆਪਾਂ ਗੱਲ ਕਰੀਏ ਉਹਨਾਂ ਬੱਚਿਆਂ ਦੀ ਸਪੈਸੀਫਿਕਲੀ, ਚਲੋ ਜਿਨ੍ਹਾਂ ਦੇ ਤਾਂ ਪੁਆਇੰਟਸ ਬਣਦੇ ਉਹਨਾਂ ਦਾ ਤਾਂ ਸਾਰਾ ਕੁਝ ਠੀਕ ਹੋ ਰਿਹਾ, ਗੱਲ ਮੇਨਲੀ ਉਹਨਾਂ ਦੀ ਜਿਨ੍ਹਾਂ ਦਾ ਨਹੀਂ ਬਣ ਰਿਹਾ ਕੰਮ, ਰਾਈਟ। ਆਪਾਂ ਉਹਨਾਂ ਬੱਚਿਆਂ ਦੀ ਗੱਲ ਕਰੀਏ, ਜੇ ਤੁਸੀਂ 12ਵੀਂ ਕਰਕੇ ਆਏ ਹੋ ਇੰਡੀਆ ਦੇ ਵਿੱਚ, ਤੁਸੀਂ ਇੱਥੇ 2 ਸਾਲ ਦੀ ਪੜ੍ਹਾਈ ਕਰ ਲਈ ਆ, ਤੁਸੀਂ 7 7.5 ਬੈਂਡ ਜਾਂ 6.5 ਬੈਂਡ ਲੈ ਸਕਦੇ ਹੋ। ਤੁਹਾਡੇ ਲਈ ਕੀ ਬੈਟ ਜਿੱਦਾਂ ਪੋਸੀਬਲ ਆਪਸ਼ਨਸ ਹੋ ਸਕਦੀਆਂ। ਐਕਸਪ੍ਰੈਸ ਐਂਟਰੀ 'ਚ ਨਿਤਿਨ ਜੀ ਇਹਨਾਂ ਬੱਚਿਆਂ ਦਾ ਚਾਹੇ ਆਈਲੈਟਸ 'ਚੋਂ ਮੈਕਸਿਮਮ ਸਕੋਰ ਲਾ ਲੈਣ, ਜਿਹਨੂੰ ਆਪਾਂ 777 ਕਹਿ ਦਿੰਦੇ ਆ, ਤਾਂ ਵੀ ਉਹਨਾਂ ਦੇ 425 ਪੁਆਇੰਟ ਬਣਦੇ ਜੇ 1 ਸਾਲ ਕੈਨੇਡਾ 'ਚ ਐਕਸਪੀਰੀਅੰਸ ਗੇਨ ਕਰ ਲੈਣਗੇ। ਕੱਟ ਆਫ ਚੱਲਦੀ 485 486 ਦੇ ਨੇੜੇ। ਸੋ ਇਸ ਕਰਕੇ ਬਹੁਤ ਮੁਸ਼ਕਿਲ ਹੋ ਰਿਹਾ ਆ। ਤੁਹਾਡੇ ਲਈ PNP ਪ੍ਰੋਗਰਾਮ ਦੀਆਂ ਕੁਝ ਕੁ ਚੰਗੀਆਂ ਆਪਸ਼ਨਸ ਹੋ ਸਕਦੀਆਂ ਜਿਹਦਾ ਆਪਾਂ ਅੱਗੇ ਜਾ ਕੇ ਡਿਟੇਲ ਡਿਸਕਸ ਕਰਾਂਗੇ। ਸੋ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਕਿਉਂਕਿ ਅਸੀਂ ਦੇਖਿਆ ਕਿ ਸਾਡੇ ਨੀਅਰ ਐਂਡ ਡੀਅਰ ਵਨਸ ਕਾਫੀਆਂ ਨੂੰ ਵਿਜ਼ਟਰ ਵੀਜ਼ਾ ਵੀ ਮਿਲ ਰਿਹਾ, ਅਪਰੂਵਲ ਰੇਟ ਬਹੁਤ ਅੱਛਾ ਹੈ। ਸੋ ਤੁਹਾਡੀ ਕੀ ਸਲਾਹ ਹੋਊਗੀ ਕਿਸੇ ਨੇ ਇਸ ਟਾਈਮ ਆਪਣੇ ਬ੍ਰਦਰ ਸਿਸਟਰ ਦਾ ਫੈਮਿਲੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੋਇਆ ਤੇ ਤੁਸੀਂ ਉਹਦੇ 'ਚ ਹੈਲਪ ਕਰਦੇ ਹੋ ਜਾਂ ਤੁਹਾਡੀਆਂ ਟਿਪਸ ਕੀ ਹੋਊਗੀਆਂ ਉਹਨਾਂ ਨੂੰ? ਹਾਂਜੀ ਬਿਲਕੁਲ, ਐਬਸੋਲੂਟਲੀ ਵੀ ਡੂ ਮੈਨੀ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ। ਖਾਸ ਕਰਕੇ ਜੇ ਤੁਸੀਂ ਇਸ ਟਾਈਮ ਕੈਨੇਡਾ ਦੇ ਵਿੱਚ ਆਪ ਟੈਂਪਰੇਰੀ ਵੀਜ਼ਾ 'ਤੇ ਹੋ, ਤੁਸੀਂ ਸਟੂਡੈਂਟ ਪਰਮਿਟ 'ਤੇ ਹੋ ਜਾਂ ਤੁਸੀਂ ਵਰਕ ਪਰਮਿਟ 'ਤੇ ਹੋ, ਤਾਂ ਤੁਸੀਂ ਕੀ ਕੁਛ ਕਰ ਸਕਦੇ ਆ ਮੇਕ ਸ਼ੋਰ ਕਰਨ ਦੇ ਲਈ ਕਿ ਤੁਹਾਡੇ ਪੈਰੈਂਟਸ ਜਾਂ ਤੁਹਾਡੇ ਬ੍ਰਦਰ ਸਿਸਟਰ ਨੂੰ ਜੇ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ ਆਪਣੀ ਆਸਾਨੀ ਨਾਲ ਐਪਲੀਕੇਸ਼ਨ ਅਪਰੂਵ ਹੋਵੇ। ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਅਪਰੂਵਲ ਰੇਟ ਚੰਗਾ ਚੱਲ ਰਿਹਾ, ਤੁਸੀਂ ਆਸੇ ਪਾਸੇ ਸੁਣਦੇ ਹੋਵੋਗੇ ਕਿ ਉਹਦੇ ਬ੍ਰਦਰ ਦਾ ਲੱਗ ਗਿਆ, ਉਹਨਾਂ ਦੀ ਸਿਸਟਰ ਦੀਆਂ 2 ਰਿਫਿਊਜ਼ਲ ਸੀ, ਉਹਨਾਂ ਦਾ ਅਪਰੂਵਲ ਆ ਗਿਆ। ਹਾਊਐਵਰ ਦੇਰ ਇਜ਼ ਅ ਲੋਟ ਆਫ ਵਰਕ ਇਨਵੋਲਵਡ ਇਨ ਦਿਸ ਕਿ ਇੱਦਾਂ ਨਹੀਂ ਗਾ ਕਿ ਆਪਾਂ ਸਿੰਪਲੀ ਫਾਰਮ ਭਰ ਕੇ ਫਾਈਲ ਜਮ੍ਹਾਂ ਕਰਤੀ ਤੇ ਆਪਾਂ ਨੂੰ ਅਪਰੂਵਲ ਮਿਲ ਜੂਗਾ। ਇੰਨਾ ਵੀ ਆਸਾਨ ਨਹੀਂ ਹੈਗਾ।
ਕੁਝ ਕੁ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਖਾਸ ਖਿਆਲ ਰੱਖਣ ਦੀ ਜ਼ਰੂਰਤ ਆ। ਉਹਦੇ 'ਚ ਸਭ ਤੋਂ ਪਹਿਲੀ ਗੱਲ ਹੈਗੀ ਪ੍ਰੂਫ ਆਫ ਫੰਡਸ। ਠੀਕ ਹੈ। ਜਨਰਲੀ ਜਦੋਂ ਇਮੀਗ੍ਰੇਸ਼ਨ ਨੇ ਤੁਹਾਡੀ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਪ੍ਰੋਸੈਸ ਕਰਨੀ, ਸੈਕਸ਼ਨ 179 ਹੈਗਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦਾ, ਉਹਦੇ 'ਚ ਮੇਨਲੀ ਆਪਾਂ ਉਹਨਾਂ ਨੂੰ ਇੱਕੋ ਚੀਜ਼ ਪ੍ਰੂਵ ਕਰਨੀ ਕਿ ਜੀ ਮੇਰੀ ਜਿਹੜੀ ਇੰਟੈਂਸ਼ਨ ਕੈਨੇਡਾ 'ਚ ਕੱਚੇ ਤੌਰ ਤੇ ਆਉਣ ਦੀ ਤੇ ਮੈਂ ਵਾਪਸ ਚੱਲ ਜਾਣਾ। ਠੀਕ ਹੈ। ਇਸ ਚੀਜ਼ ਹੋਣੀ ਥੋੜੀ ਜਿਹੀ ਸਬਜੈਕਟਿਵ ਆ, ਕੋਈ ਇਦਾਂ ਤਾਂ ਹੈ ਨਹੀਂ ਮੈਂ ਇੱਕ ਪੇਪਰ ਲਾ ਦੂੰ ਜਿਹਦੇ 'ਚ ਮੇਰੀ ਇੰਟੈਂਸ਼ਨ, ਮੇਰੀ ਜੋ ਮੇਰੇ ਮਨ 'ਚ ਗੱਲ ਹੈਗੀ ਉਹ ਪ੍ਰੂਵ ਹੋ ਜਾਊਗੀ, ਰਾਈਟ। ਸੋ ਇਹਦੇ ਲਈ ਆਪਾਂ 3 ਮੇਨ ਚੀਜ਼ਾਂ ਤੇ ਫੋਕਸ ਕਰਨੀ। ਸਭ ਤੋਂ ਪਹਿਲੀ ਉਹਦੇ 'ਚ ਹੈਗੀ ਪ੍ਰੂਫ ਆਫ ਫੰਡਸ। ਆਪਾਂ ਇਮੀਗ੍ਰੇਸ਼ਨ ਨੂੰ ਇਹ ਪ੍ਰੂਵ ਕਰਨਾ ਕਿ ਜੇ ਮੈਂ ਕੈਨੇਡਾ ਆਉਣਾ, ਮੈਂ 10-15 ਹਜ਼ਾਰ ਡਾਲਰ ਇੱਥੇ ਆ ਕੇ 1 ਮਹੀਨਾ ਰਹੂੰਗਾ, ਮੈਂ ਖਰਚ ਕੇ ਜਾਊਂਗਾ ਤੇ ਮੇਰੇ ਲਈ ਉਹ ਰੀਜ਼ਨੇਬਲ ਐਕਸਪੈਂਸ ਹੈਗਾ ਆ। ਹੁਣ ਜੇ ਮੈਂ ਆਪਣੇ ਬੈਂਕ ਅਕਾਊਂਟ ਦੀ ਸਟੇਟਮੈਂਟ ਲਾਤੀ, ਰੀਸੈਂਟਲੀ ਮੈਂ 5-7 ਲੱਖ ਜਿਹੜਾ ਇੰਡੀਅਨ ਰੁਪੀਜ਼ ਆ ਮੈਂ ਮੂਵ ਕੀਤੇ ਆਪਣੇ ਅਕਾਊਂਟ ਦੇ ਵਿੱਚ, ਤੇ ਉਧਰੋਂ ਮੈਂ ਇਮੀਗ੍ਰੇਸ਼ਨ ਨੂੰ ਕਹਿ ਰਿਹਾ ਵੀ ਮੈਂ ਜੀ ਘੁੰਮਣ ਫਿਰਨ ਜਾਣਾ, ਮੇਰੇ ਸਿਸਟਰ ਹੈਗੇ, ਮੈਂ ਉਹਨਾਂ ਦੇ ਬਰਥਡੇ ਤੇ ਆਉਣਾ ਜਾਂ ਮੈਂ ਕਿਸੇ ਕਨਵੋਕੇਸ਼ਨ ਤੇ ਆਉਣਾ ਆ, ਫੰਡਸ ਮੇਰੇ ਕੋਲੇ ਪੂਰੇ ਹੀ ਆ ਤੇ ਉਹ ਵੀ ਹੁਣੇ ਹੀ ਮੂਵ ਹੋਏ ਆ। ਉਹ ਜਿਹੜਾ ਸਭ ਤੋਂ ਬਿਗੇਸਟ ਰੀਜ਼ਨ ਬਣਦਾ ਆ ਜਿੱਥੇ ਇਮੀਗ੍ਰੇਸ਼ਨ ਕੁਐਸਚਨ ਕਰਦੀ ਕਿ ਸਾਨੂੰ ਰੀਜ਼ਨੇਬਲ ਐਕਸਪੈਂਸ ਨਹੀਂ ਲੱਗਦਾ। ਠੀਕ ਹੈ, ਤੁਹਾਡੇ ਕੋਲੇ 10,000 ਡਾਲਰ ਹੈਗਾ, ਪਰ ਤੁਸੀਂ ਆਪਣੀ ਸਾਰੀ ਲਾਈਫ ਦੀ ਸੇਵਿੰਗ ਸਿਰਫ ਕੈਨੇਡਾ ਦੇ 1 ਮਹੀਨੇ ਦੇ ਟ੍ਰਿਪ ਤੇ ਖਰਚ ਕਰ ਦਿਓਗੇ। ਉੱਥੇ ਇਹ ਜ਼ਰੂਰੀ ਬਣ ਜਾਂਦਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਬੈਂਕ ਸਟੇਟਮੈਂਟਸ ਪ੍ਰੋਵਾਈਡ ਕਰਨੀਆਂ ਜਿਹਦੇ 'ਚ ਤੁਹਾਡਾ ਪੁਰਾਣਾ ਬੈਲੈਂਸ ਪਿਆ ਹੋਵੇ। ਪੁਰਾਣਾ ਬੈਲੈਂਸ ਪਏ ਦਾ ਹੁਣ ਮਤਲਬ ਇਹ ਨਹੀਂ ਕਿ ਤੁਸੀਂ ਜੇ ਮੈਨੂੰ ਪਿਛਲੇ ਸਾਲ ਸਪਟੈਂਬਰ 2022 ਦੀਆਂ ਸਟੇਟਮੈਂਟਸ ਦੇ ਰਹੇ ਹੋ ਤਾਂ 22 ਚ ਵੀ ਤੁਹਾਡੇ ਕੋਲੇ 10 ਲੱਖ ਪਿਆ ਸੀ। ਫਲਕਚੁਏਟ ਹੁੰਦਾ ਰਹੇ ਕਿ ਕਿਸੇ ਪੁਆਇੰਟ ਤੇ 10 ਲੱਖ ਸੀ, ਕਿਸੇ ਪੁਆਇੰਟ ਤੇ 4 ਰਹਿ ਗਿਆ, ਕਿਸੇ ਤੇ 8 ਹੋ ਗਿਆ, ਕਿਸੇ ਤੇ 6 ਰਹਿ ਗਿਆ। ਬਟ ਜੇ ਆਪਾਂ ਬਿਲਕੁਲ ਹੀ ਜ਼ੀਰੋ ਤੋਂ ਸਟਾਰਟ ਕਰਕੇ ਇਮੀਡੀਏਟਲੀ ਆਪਣਾ ਬੈਲੈਂਸ ਸ਼ੂਟ ਅਪ ਹੁੰਦਾ, ਦੈਟ ਇਜ਼ ਵਨ ਆਫ ਦ ਮੋਸਟ ਕਾਮਨ ਰੀਜ਼ਨ ਫॉर ਰਿਫਿਊਜ਼ਲ। ਅਗਲਾ ਇੰਪੋਰਟੈਂਟ ਪੁਆਇੰਟ ਹੈਗਾ ਪਰਪਸ ਆਫ ਵਿਜ਼ਿਟ, ਕਿ ਤੁਸੀਂ ਕਿਉਂ ਆਉਣਾ ਚਾਹੁੰਦੇ ਆ ਇੱਥੇ। ਇਹ ਸਪੈਸ਼ਲੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਉਹਨਾਂ ਦੇ ਲਈ ਜਿਨ੍ਹਾਂ ਦੇ ਜਾਂ ਤਾਂ ਪ੍ਰੀਵੀਅਸ ਰਿਫਿਊਜ਼ਲਸ ਆਏ ਹੋਏ ਆ, ਜਾਂ ਜੇ ਤੁਸੀਂ ਆਪਣੇ ਭੈਣ ਭਰਾ ਨੂੰ ਇੱਥੇ ਸਪਾਂਸਰ ਕਰਨਾ ਚਾਹੁੰਦੇ ਆ, ਉਹ ਯੰਗ ਨੇ, ਸਿੰਗਲ ਆ, ਇੰਡੀਆ ਦੇ ਵਿੱਚ ਕੋਈ ਫੈਮਿਲੀ ਟਾਈਜ਼ ਨਹੀਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਦਿਖਾ ਸਕਦੇ ਵੀ ਜਿਹਦੇ ਕਰਕੇ ਉਹ ਮੁੜ ਕੇ ਜਾਣਗੇ। ਪਰਪਸ ਆਫ ਵਿਜ਼ਿਟ ਦੇ ਵਿੱਚ ਤੁਸੀਂ ਬੁਕਿੰਗਸ ਕਰਕੇ ਦਿਖਾਓ ਕਿ ਹਾਂਜੀ ਮੈਂ 2 ਦਿਨ ਜਿਹੜਾ ਨਾਇਗਰਾ ਫਾਲ ਦੇ ਵਿੱਚ ਹੋਟਲ ਬੁੱਕ ਕੀਤਾ, ਮੈਂ ਉੱਥੇ ਵਿਜ਼ਿਟ ਕਰਨਾ। 3 ਦਿਨ ਦੀਆਂ ਮੇਰੀਆਂ ਬੁਕਿੰਗਸ ਜੀ ਕਿਊਬੈਕ 'ਚ ਹੈਗੀਆਂ, ਮੈਂ ਉੱਥੇ ਘੁੰਮਣ ਫਿਰਨ ਜਾਣਾ ਚਾਹੁੰਦਾ, 2 ਦਿਨ ਮੈਂ ਆਟਵਾ ਰਹਿਣਾ ਆ। ਇਸ ਤਰੀਕੇ ਦੇ ਨਾਲ ਜੇ ਤੁਸੀਂ ਪੂਰੀ ਆਈਟਨਰੀ ਬਣਾ ਕੇ ਲਾਉਂਦੇ ਹੋ, ਸਪੈਸੀਫਿਕਲੀ ਤੁਹਾਡੇ ਭੈਣ ਭਰਾ ਦਾ ਜਿਹੜਾ ਵਿਜ਼ਟਰ ਵੀਜ਼ਾ ਅਪਰੂਵ ਕਰਨਾ ਹੋਰ ਵੀ ਸੁਖਾਲਾ ਹੋ ਜਾਂਦਾ, ਸਪੈਸ਼ਲੀ ਜੇ ਉਹਨਾਂ ਦੀ ਪ੍ਰੀਵੀਅਸ ਰਿਫਿਊਜ਼ਲ ਹੈਗੀ ਆ। ਹੋਰ ਜਾਣਕਾਰੀ ਦੇ ਲਈ ਅਗੇਨ ਤੁਸੀਂ ਮਾਨ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਕੰਟੈਕਟ ਕਰ ਸਕਦੇ ਹੋ ਜੀ, 416 826 0002। ਕਮਲ ਜੀ, ਕਿਸੇ ਦਾ ਵਿਜ਼ਟਰ ਵੀਜ਼ਾ ਅਗਰ ਪਹਿਲੇ ਰਿਫਿਊਜ਼ ਹੋਇਆ ਹੋਏ ਫਾਈਲਾਂ 1 ਵਾਰ ਜਾਂ 2 ਵਾਰ ਔਰ ਅੱਜ ਤੀਜੀ ਵਾਰ ਅਪਲਾਈ ਕਰਨਾ ਤਾਂ ਕੀ ਇੰਪੈਕਟ ਪੈਂਦਾ ਉਹਦਾ ਦੁਬਾਰਾ? ਹਾਂਜੀ ਨਿਤਿਨ ਜੀ, ਆਪਾਂ ਨੂੰ ਬਿਲਕੁਲ ਰਿਫਿਊਜ਼ਲ ਐਪਲੀਕੇਸ਼ਨ ਦੇ ਵਿੱਚ ਡਿਕਲੇਅਰ ਕਰਨੀ ਪੈਂਦੀ ਹੈ। ਟੂ ਅ ਸਰਟਨ ਐਕਸਟੈਂਟ ਇੰਪੈਕਟ ਵੀ ਪੈਂਦਾ। ਆਈ ਐਮ ਨਾਟ ਗੋਨਾ ਲਾਈ ਐਂਡ ਸੇ ਕਿ ਵੀ ਹਾਂਜੀ ਕੋਈ ਗੱਲ ਨਹੀਂ ਆਪਾਂ ਲਾ ਦਈਏ। ਉੱਥੇ ਅਗੇਨ ਹੋਰ ਇੰਪੋਰਟੈਂਟ ਹੋ ਜਾਂਦਾ ਕਿ ਜਿਹੜੀ ਆਪਾਂ ਡਾਕੂਮੈਂਟੇਸ਼ਨ ਲਾਉਣੀ ਆ ਫਾਈਲ ਦੇ ਵਿੱਚ ਉਹ ਪ੍ਰੋਪਰ ਹੋਣੀ ਚਾਹੀਦੀ ਆ। ਤੁਸੀਂ 2 ਮਹੀਨੇ 4 ਮਹੀਨੇ ਰੁਕ ਕੇ ਐਪਲੀਕੇਸ਼ਨ ਲਾ ਲਓ, ਰਸ਼ ਨਾ ਕਰੋ, ਪਰ ਤੁਹਾਡਾ ਪੇਪਰ ਵਰਕ ਪ੍ਰੋਪਰ ਹੋਣਾ ਚਾਹੀਦਾ, ਜਿਹਦੇ 'ਚ ਕਿ ਅਗੇਨ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਹੋ ਗਏ, ਤੁਹਾਡਾ ਪਿੱਛੇ ਕੰਮ ਕਰ ਕੀ ਆ, ਆਪਾਂ ਆਕੂਪੇਸ਼ਨਲ ਟਾਈਜ਼ ਦਿਖਾਉਣੀਆਂ ਨੇ, ਉਹਦੇ ਡਾਕੂਮੈਂਟੇਸ਼ਨ ਹੋ ਜਾਊਗੀ, ਤੇ ਪਰਪਸ ਆਫ ਵਿਜ਼ਿਟ ਐਕਸਟ੍ਰੀਮਲੀ ਇੰਪੋਰਟੈਂਟ। ਇਹ ਸਾਰੀਆਂ ਚੀਜ਼ਾਂ ਲੀਗਲ ਗਰਾਊਂਡਸ ਤੇ ਪ੍ਰੋਪਰਲੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਐਕਸਪਲੇਨ ਕਰਕੇ ਵੀ ਲਾਉਣੀ ਆ। ਇੱਧਰੋਂ ਲੈਟਸ ਸੇ ਤੁਸੀਂ ਫਾਰਮਿੰਗ ਕਰਦੇ ਹੋ, ਬਹੁਤ ਵੱਡੇ ਪੱਧਰ ਤੇ ਫਾਰਮਿੰਗ ਕਰ ਰਹੇ ਹੋ, ਮੈਂ ਜਮਾਬੰਦੀਆਂ ਜੇ ਫਾਰਮ ਲਾਤੇ ਤੇ ਉਹਨੂੰ ਮੈਂ ਐਕਸਪਲੇਨ ਨਹੀਂ ਕੀਤਾ ਵੀ ਇਹ ਪੇਪਰ ਵਰਕ ਹੈਗਾ ਕੀ ਆ। ਦੇयर ਇਜ਼ ਅ ਸਟਰੋਂਗ ਪੋਸੀਬਿਲਿਟੀ ਕਿ ਜਿਹੜਾ ਵੀਜ਼ਾ ਆਫਿਸਰ ਤੁਹਾਡੀ ਫਾਈਲ ਪ੍ਰੋਸੈਸ ਕਰੇਗਾ ਉਹਨੂੰ ਅੰਡਰਸਟੈਂਡਿੰਗ ਨਹੀਂ ਹੈਗੀ, ਅਨਲੈਸ ਯੂ ਐਕਸਪਲੇਨ ਦੈਟ ਵਾਟਸ ਦੀ ਇੰਟੈਂਟ, ਵਾਟਸ ਦਾ ਸਿਗਨੀਫੀਕੈਂਸ ਆਫ ਦ ਡਾਕੂਮੈਂਟਸ ਦੈਟ ਯੂ ਆਰ ਪ੍ਰੋਵਾਈਡਿੰਗ। ਸੋ ਅਪਰੂਵਲ ਬਿਲਕੁਲ ਆ ਜਾਂਦੀ ਆ, ਹਾਊਐਵਰ ਇੰਪੋਰਟੈਂਟ ਹੈਗਾ ਕਿ ਆਪਾਂ ਪ੍ਰੋਪਰ ਡਾਕੂਮੈਂਟੇਸ਼ਨ ਦਾ ਫਾਈਲ ਲਾਈਏ। ਠੀਕ ਹੈ। ਇੰਡੀਆ ਤੋਂ ਬੜੀ ਵਾਰ ਹੁੰਦਾ ਹੈ ਕਿ ਅਸੀਂ ਏਜੰਟ ਕੋਲ ਜਾਂਦੇ ਉੱਥੇ ਤੇ ਆਹ ਫਾਰਮ ਦੇ ਦਿੱਤੇ ਕਿ ਤੁਸੀਂ ਵਿਜ਼ਟਰ ਵੀਜ਼ਾ ਲਾ ਦਿਓ, ਔਰ ਵਿਜ਼ਟਰ ਵੀਜ਼ਾ ਦਾ ਇੱਕ ਹੈ ਕਿ ਇਨੀਸ਼ੀਅਲ ਐਪਲੀਕੇਸ਼ਨ 'ਚ ਜੋ ਤੁਸੀਂ ਡਿਕਲੇਅਰ ਕਰਤਾ, ਕੱਲ ਨੂੰ ਹੁੰਦਾ ਕਿ ਇੱਥੇ ਆ ਕੇ ਤੁਸੀਂ ਵਰਕ ਪਰਮਿਟ ਲੈ ਲਿਆ, PR ਲੈ ਲਈ, ਤੇ ਉਹਦੇ ਬਾਅਦ ਤੁਸੀਂ ਕਹਿਣ ਲੱਗੇ ਹੋ ਕਿ ਮੈਂ ਤਾਂ ਇੰਡੀਆ 'ਚ ਜੌਬ ਕਰਦਾ ਸੀਗਾ, ਤਗੜੀ ਜੌਬ ਕਰਦਾ ਸੀ ਇਲੈਕਟ੍ਰੀਕਲ ਦੀ ਜਾਂ ਕੋਈ ਹੋਰ। ਵਿਜ਼ਟਰ ਵੀਜ਼ਾ 'ਚ ਤੁਸੀਂ ਸ਼ੋਅ ਨਹੀਂ ਕੀਤਾ ਗਿਆ ਕਿ ਮੈਂ ਤਾਂ ਜੋ ਆਪਣੀ ਹੈ ਕੁਝ ਵੀ ਡਿਫਰੈਂਟ ਸ਼ੋਅ ਕੀਤੀ ਹੋਈ ਹੈ। ਸੋ PR ਐਪਲੀਕੇਸ਼ਨ ਵਰਸਸ ਵਰਕ ਪਰਮਿਟ ਐਪਲੀਕੇਸ਼ਨ ਵਰਸਸ ਵਿਜ਼ਟਰ ਵੀਜ਼ਾ 'ਚ ਜੋ ਇਨੀਸ਼ੀਅਲ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਕੱਲ ਨੂੰ PR ਦੀ ਐਪਲੀਕੇਸ਼ਨ 'ਚ ਕ੍ਰਾਸ ਚੈੱਕ ਹੋ ਸਕਦਾ ਜਾਂ ਮੁਸ਼ਕਲ ਆ ਸਕਦੀ ਅਗਰ ਤੁਸੀਂ ਟਰੂ ਇਨਫੋਰਮੇਸ਼ਨ ਨਹੀਂ ਦਿੱਤੀ? 200% ਤੁਹਾਡੀ ਇਨਫੋਰਮੇਸ਼ਨ ਸੇਮ ਰਹਿਣੀ ਚਾਹੀਦੀ ਜਿਹੜੀ ਤੁਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਦੇ ਵਿੱਚ ਫਾਈਲ ਕੀਤੀ ਆ, ਕਿਉਂਕਿ ਜਿਹੜਾ ਕਲਾਇੰਟ ਮੈਨੇਜਮੈਂਟ ਜਾਂ ਕਲਾਇੰਟ ਫਾਈਲ ਮੈਨੇਜਮੈਂਟ ਸਿਸਟਮ ਹੈਗਾ ਇਮੀਗ੍ਰੇਸ਼ਨ ਕੋਲੇ, ਉਹਦੇ 'ਚ ਆਲਰੇਡੀ ਤੁਹਾਡੀ ਇਨਫੋਰਮੇਸ਼ਨ ਦਾ ਰੈਕਡ ਬਣ ਚੁੱਕਿਆ ਆ। ਜੇ ਮੈਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ 'ਚ ਕਹਿ ਰਿਹਾ ਕਿ ਮੈਂ ਫਾਰਮਿੰਗ ਕਰਦਾ ਸੀ ਜੀ, ਮੈਂ ਬਹੁਤ ਵਧੀਆ ਡਾਕੂਮੈਂਟਸ ਪ੍ਰੋਵਾਈਡ ਕੀਤੇ, ਮੇਰੀ ਫਾਈਲ ਲੱਗ ਗਈ, ਹੁਣ ਇੱਥੇ ਆ ਕੇ ਮੈਂ ਕਹਿਣਾ ਜੀ ਮੈਂ ਕੰਸਟਰਕਸ਼ਨ ਦੇ ਵਿੱਚ ਵਰਕ ਪਰਮਿਟ ਲੈਣਾ ਚਾਹੁੰਦਾ ਤੇ ਮੈਂ ਦਿਖਾਤਾ ਪਿੱਛੇ ਕਿ ਮੇਰੇ ਕੋਲ ਪੇਂਟਰ ਦਾ ਵਰਕ ਐਕਸਪੀਰੀਅੰਸ ਹੈਗਾ,
ਸਟਰੋਂਗ ਪੋਸਿਬਿਲਿਟੀ ਇਹ ਜਿਹੜੀ ਫਾਈਲ ਆ ਨਹੀਂ ਅਪਰੂਵ ਹੋਊਗੀ ਕਿ ਨਾਟ ਓਨਲੀ ਰਿਫਿਊਜ਼ਲ ਨਹੀਂ ਆਉਂਦਾ ਨਿਤਿਨ ਜੀ, ਫਿਰ ਸੈਕਸ਼ਨ 40 ਦੇ ਅੰਡਰ ਉਹ ਤੁਹਾਡੇ ਤੇ ਮਿਸ ਰੈਪਰੈਜ਼ੈਂਟੇਸ਼ਨ ਲੱਗਦੀ ਆ, ਜਿਹਦਾ ਮਤਲਬ ਤੁਹਾਨੂੰ 5 ਸਾਲਾਂ ਦੇ ਲਈ ਬੈਨ ਕਰ ਦਿੱਤਾ ਜਾਂਦਾ ਆ। ਸੋ ਉਹ ਇੱਕ ਸਿੱਧਾ ਕੇਸ ਜਿੱਦਾਂ ਜਸਟ ਬਿਕਾਜ਼ ਆਫ ਲੈਕ ਆਫ ਇਨਫੋਰਮੇਸ਼ਨ ਆਪਾਂ ਕਹਿ ਲਈਏ ਉਹ ਖਰਾਬ ਹੋ ਜਾਂਦਾ ਹੈ ਤੇ ਮੁੜ ਕੇ ਫਿਰ ਆਪਣਾ ਜਿਹੜਾ ਅੱਗੇ ਦਾ ਸਾਰੇ ਰਾਹ ਆਪਾਂ ਸਮਝ ਲਈਏ ਬੰਦ ਹੋ ਜਾਂਦੇ ਨੇ। ਮਤਲਬ ਹੈ ਕਿ ਪਹਿਲੀ ਵਾਰ ਜਿਹੜੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲੈਂਦੇ ਬੜੀ ਕੇਅਰਫੁਲ ਲਾਣੀ ਪੈਂਦੀ, ਅਸੀਂ ਜੋ ਵੀ ਇਨਫੋਰਮੇਸ਼ਨ ਦੇਣੀ ਹੈ ਟਰੂ ਬੈਸਟ ਆਫ ਆਵਰ ਨੌਲੇਜ, ਔਰ ਜਿਹੜਾ ਤਾਂ ਕਿ ਪੀਆਰ ਲਈ ਵੀ ਸਾਨੂੰ ਔਖਾ ਨਾ ਹਾਂਜੀ, ਜੇ ਤੁਹਾਡੀ ਇੰਟੈਂਸ਼ਨ ਹੈਗੀ ਕਿ ਅੱਗੇ ਆ ਕੇ ਤੁਸੀਂ ਕੈਨੇਡਾ ਦੇ ਵਿੱਚ ਸੈਟਲ ਹੋਣਾ, ਫਿਰ ਬਿਲਕੁਲ ਤੁਸੀਂ ਡਾਕੂਮੈਂਟੇਸ਼ਨ ਉਹ ਪ੍ਰੋਵਾਈਡ ਕਰੋ ਜਿਹੜੀ ਤੁਸੀਂ ਟੂ ਦਾ ਐਂਡ ਆਪਣੀ ਪੀਆਰ ਦੀ ਐਪਲੀਕੇਸ਼ਨ ਤੱਕ ਵਰਤਣਾ ਚਾਹੁੰਦੇ ਹੋ। ਠੀਕ ਹੈ ਕਮਲ ਜੀ, ਲੋਕ ਵਿਜ਼ਟਰ ਵੀਜ਼ਾ ਤੇ ਆਉਂਦੇ ਆ ਤੇ ਗਵਰਨਮੈਂਟ ਨੇ ਨਵਾਂ ਰੂਲ ਕੱਢਿਆ ਸੀ, ਆ ਕੇ ਤੁਸੀਂ ਵਰਕ ਪਰਮਿਟ ਵੀ ਚੇਂਜ ਕਰਾ ਸਕਦੇ ਹੋ? ਬਿਲਕੁਲ, ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਪਹਿਲਾਂ ਇਹ ਜਿਹੜੀ ਪਬਲਿਕ ਪਾਲਿਸੀ ਇਮੀਗ੍ਰੇਸ਼ਨ ਨੇ ਪਾਈ ਸੀ ਉਹ ਫੈਬਰੂਅਰੀ 2022 ਤੱਕ ਵੈਲਿਡ ਸੀ, ਹੁਣ ਉਹਨਾਂ ਨੇ ਵਧਾਤੀ ਆ, ਸਟਿਲ ਐਕਟਿਵ ਹੈਗੀ, ਬਟ ਤੁਹਾਨੂੰ LMIA ਫੇਰ ਵੀ ਚਾਹੀਦੀ ਆ। ਜੇ ਆਪਣੇ ਕੋਲੇ ਇੰਡੀਅਨ ਪਾਸਪੋਰਟ ਆ, ਆਪਾਂ ਇੰਡੀਅਨ ਨੈਸ਼ਨਲਸ ਹੈਗੇ ਆ, ਆਪਣੇ ਕੋਲੇ ਕੋਈ ਵੀ ਓਪਨ ਵਰਕ ਪਰਮਿਟ ਸਿੱਧੇ ਤੌਰ ਤੇ ਲੈਣ ਦੀ ਆਪਸ਼ਨ ਨਹੀਂ ਹੈਗੀ, ਤੁਸੀਂ ਕੈਨੇਡਾ ਚ ਆ ਕੇ ਆਪਣਾ ਵਿਜ਼ਿਟਰ ਸਟੇਟਸ ਵਰਕ ਪਰਮਿਟ ਚ ਬਦਲਾ ਸਕਦੇ ਹੋ ਐਜ਼ ਲੌਂਗ ਐਜ਼ ਯੂ ਹੈਵ ਅ ਵੈਲਿਡ ਅਪਰੂਵਡ LMIA ਕਿਸੇ ਕੈਨੇਡੀਅਨ ਇੰਪਲੋਇਰ ਵੱਲੋਂ। ਫੇਰ ਮਿਲਦਾ ਵੀ ਜਿਵੇਂ ਹੁਣ ਆਪਾਂ ਅਗੇਨ ਅਖਬਾਰਾਂ 'ਚ ਕਈ ਵਾਰੀ ਐਡਵਰਟੀਜ਼ਮੈਂਟ ਸੁਣਦੇ ਆ ਵਿਚ ਇਜ਼ ਨਾਟ ਜੈਨੂਇਨ, ਜਿੱਥੇ ਕਹਿੰਦੇ ਕਿ ਓਪਨ ਵਰਕ ਪਰਮਿਟ ਖੋਲ੍ਹਤੇ ਕੈਨੇਡਾ ਨੇ, ਤੁਸੀਂ ਹੁਣ ਜਾ ਸਕਦੇ ਆ, ਦੇਰ ਇਜ਼ ਨਥਿੰਗ ਲਾਈਕ ਦੈਟ। ਬਹੁਤ ਇੰਪੋਰਟੈਂਟ ਸਵਾਲ ਹੈ ਅਗਲਾ ਮੇਰਾ, ਪੇਰੈਂਟਸ ਨੂੰ ਕਰ ਲਈ, ਅਸੀਂ ਵਿਜ਼ਟਰ ਵੀਜ਼ਾ ਦੀ ਗੱਲ ਕਰ ਲਈਏ ਤੇ ਪੇਰੈਂਟਸ ਦੀ ਗੱਲ ਹੈ, ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਟਿਕਟੌਕ ਔਰ ਸੋਸ਼ਲ ਮੀਡੀਆ ਤੇ ਬੜੇ ਸਾਰੇ ਵੀਡੀਓ ਵਾਇਰਲ ਹੁੰਦੇ ਹੈ। ਤੁਸੀਂ ਆਪਣੇ ਮਾਪਿਓ ਦਾ ਜਿਹੜਾ ਵੀਜ਼ਾ ਹੈ HNC ਕਲਾਸ ਹਿਊਮੈਨਿਟੇਰੀਅਨ ਗਰਾਊਂਡ ਤੇ ਲਾ ਦਿਓ, ਤੁਹਾਡਾ ਫੈਮਿਲੀ ਮੈਂਬਰ ਕੋਈ ਨਹੀਂ ਹੈਗਾ। ਅਸੀਂ ਆਪ ਅਗਰ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਤੇ HNC ਕਲਾਸ ਦੇ 99% ਕੇਸਿਸ ਜਿਹੜੇ ਹੈ ਥਰੂ ਨਹੀਂ ਹੁੰਦੇ, ਬਿਕੋਜ਼ ਕਾਫੀ ਉਹਦੇ 'ਚ ਕੰਪਲਿਕੇਸ਼ਨਸ ਹੈਗੀਆਂ, ਤੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਉਹ ਵਾਇਰਲ ਵੀਡੀਓਜ਼ ਦੇਖੇ ਹੋਣੇ ਆ। ਸੋ ਕੀ ਉਹ ਸੱਚ ਇਨਫੋਰਮੇਸ਼ਨ ਹੈ ਕਿ ਪੇਰੈਂਟਸ ਦਾ HNC ਕਲਾਸ 'ਚ ਲੱਗ ਸਕਦਾ ਕਿ ਨਹੀਂ? ਹਾਂਜੀ, ਸੋ ਜਿੱਦਾਂ ਤੁਸੀਂ ਦੱਸਿਆ ਕਿ ਇਹ ਜਿਹੜੇ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਚੱਲਦੇ, ਕਈ ਵਾਰੀ ਗਲਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਦੇਖ ਕੇ ਬਹੁਤ ਅਫਸੋਸ ਹੁੰਦਾ। ਜਨਰਲੀ ਮੇਰੇ ਕੋਲੇ ਲਾਈਕ ਹੁਣ ਜਿਵੇਂ ਆਪਾਂ ਕੰਮ 'ਚ ਬਿਜ਼ੀ ਹੁੰਦੇ, ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਐਕਸਪਲੋਰ ਕਰ ਸਕੀਏ, ਬਟ ਮੇਰੇ ਕਲਾਇੰਟਸ ਇਹ ਇਨਫੋਰਮੇਸ਼ਨ ਲੈ ਕੇ ਆਉਂਦੇ ਕਿ ਜੀ ਅਸੀਂ ਤੁਹਾਡੇ ਕੋਲੇ ਆਏ ਸੀ ਕੰਸਲਟੇਸ਼ਨ ਲਈ, ਤੁਸੀਂ ਸਾਨੂੰ ਦੱਸਿਆ ਕਿ ਸਿਰਫ ਆਹੀ ਆਪਸ਼ਨ ਆ, ਹੁਣ ਕਿਸੇ ਨੇ ਵੀਡੀਓ ਪਾਈ, ਉਹ ਲਿੰਕ ਭੇਜਣਗੇ ਕਿ ਅਸੀਂ ਇਸ ਪ੍ਰੋਗਰਾਮ ਥਰੂ ਜਾਣਾ ਚਾਹੁੰਦੇ। ਹੁਣ ਉਹਦੇ 'ਚ ਹੁੰਦਾ ਕੀ ਹੈ ਕਿ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਤਾਂ ਆਪਾਂ ਸਾਰੇ ਇਕੱਠੇ ਰਹਿਣਾ ਪ੍ਰੈਫਰ ਕਰਦੇ ਹਾਂ। ਇਟਸ ਵੈਰੀ ਇੰਪੋਰਟੈਂਟ ਫॉर ਅਸ ਕਿ ਆਪਣੇ ਪੈਰੈਂਟਸ ਆਪਣੇ ਨਾਲ ਆਪਾਂ ਇੱਕ ਪਾਸੇ ਹੋ ਕੇ ਰਹੀਏ, ਸਾਰੀ ਫੈਮਿਲੀ, ਹੈ ਨਾ। ਸੋ ਉਹ ਕਈ ਵਾਰੀ ਲੋਕੀ ਇਦਾਂ ਦੇ ਹੁੰਦੇ ਜਿਹੜੇ ਹਰ ਚੀਜ਼ ਟਰਾਈ ਕਰ ਚੁੱਕੇ ਆ ਕਿ ਡੈਸਪਰੇਸ਼ਨ ਇੰਨੀ ਹੁੰਦੀ ਕਿ ਕੋਈ ਨਾ ਕੋਈ ਤਰੀਕਾ ਮਿਲ ਜੇ ਮੈਨੂੰ, ਕੋਈ ਨਾ ਕੋਈ ਆ ਕੇ ਮੈਨੂੰ ਇਹ ਕਹਿ ਦੇ ਵੀ ਹਾਂਜੀ ਇਹ ਆਪਸ਼ਨ ਹੈਗੀ ਜੀ, ਇਹਦੇ ਅੰਡਰ ਲੱਗ ਜਾਊਗਾ, ਐਂਡ ਵੀ ਟਰਾਈ ਟੂ fall into the trap, ਹੈ ਨਾ। ਸੋ ਉਹ ਤੁਸੀਂ ਇੱਕ ਤਾਂ ਸਟ੍ਰਿਕਟਲੀ ਜੀ ਅਵੋਇਡ ਕਰੋ। ਜਿਹੜਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਹੈਗਾ ਆ ਐਪਲੀਕੇਸ਼ਨ, ਜਿੱਦਾਂ ਕਿ ਇਹਨੂੰ ਜੇ ਆਪਾਂ ਕਹੀਏ ਵੀ ਤਰਸ ਦੇ ਆਧਾਰ ਤੇ ਬੇਸਿਕਲੀ ਕਿ ਮੇਰੇ ਕੋਲੇ ਕੋਈ ਹੋਰ ਆਪਸ਼ਨ ਹੈ ਨਹੀਂ, ਪਰ ਮੈਂ ਇੰਡੀਆ ਨਹੀਂ ਮੁੜ ਕੇ ਜਾ ਸਕਦਾ ਕਿਉਂਕਿ ਮੈਂ ਬਹੁਤ ਸਵੀਅਰ ਹਾਰਡਸ਼ਿਪ ਫੇਸ ਕਰੂੰਗਾ ਜੇ ਮੈਨੂੰ ਇੰਡੀਆ ਵਾਪਸ ਜਾਣਾ ਪਿਆ। ਹੁਣ ਇਹਦੇ 'ਚ ਕਈ ਐਪਲੀਕੇਸ਼ਨਸ ਹੁੰਦੀਆਂ ਜਿਨ੍ਹਾਂ 'ਚ ਲੱਗਦਾ ਵੀਜ਼ਾ ਐਬਸੋਲਿਊਟਲੀ, ਪਰ ਕਈ ਕੇਸਿਸ ਹੁੰਦੇ ਜਿਨ੍ਹਾਂ ਦੇ ਕੋਈ ਗਰਾਊਂਡਸ ਨਹੀਂ ਹੈਗੇ। ਜੇ ਤਾਂ ਤੁਹਾਨੂੰ ਕੋਈ ਸਿੰਪਲੀ ਇਹ ਕਹਿ ਰਿਹਾ ਕਿ ਜੀ ਤੁਹਾਡੇ ਪੈਰੈਂਟਸ ਦਾ ਵਿਜ਼ਟਰ ਵੀਜ਼ਾ ਲਵਾ ਲਓ ਤੇ ਆ ਜਾਣ ਉਹ ਇੱਥੇ, ਤੇ ਆਪਾਂ ਉਹਨਾਂ ਦਾ HNC ਅੰਡਰ ਲਾ ਦਿਆਂਗੇ, ਪ੍ਰੋਗਰਾਮ ਖੁੱਲ੍ਹ ਗਿਆ ਹੈ ਤੇ ਅਪਰੂਵਲ ਮਿਲ ਰਿਹਾ, ਦੈਟ ਇਜ਼ ਐਬਸੋਲਿਊਟਲੀ ਇਨਕਰੈਕਟ। ਕਿਉਂਕਿ ਹੁੰਦਾ ਕਿ ਇਹਦੇ 'ਚ ਕਿ ਜੇ ਤੁਸੀਂ HNC 'ਚ ਇੱਕ ਵਾਰੀ ਲਾ ਲਈ, ਤੁਹਾਡੀ ਰਿਫਿਊਜ਼ਲ ਆ ਗਈ, ਅੱਗੇ ਕੇਸ ਵਿਗੜਨ ਦੇ ਚਾਂਸਸ ਵੱਧ ਜਾਂਦੇ ਆ। ਜੇ ਉਹਨਾਂ ਨੇ ਦੁਬਾਰਾ ਵਿਜ਼ਟਰ ਵੀਜ਼ਾ ਲੈਣਾ ਹੋਵੇ, ਉਹ ਕਈ ਵਾਰੀ ਨਹੀਂ ਮਿਲਦਾ ਕਿਉਂਕਿ ਇਮੀਗ੍ਰੇਸ਼ਨ ਕਹਿੰਦਾ ਕਿ ਤੁਸੀਂ ਪਿਛਲੀ ਵਾਰੀ ਆ ਕੇ ਸਾਨੂੰ ਦੱਸਿਆ ਕਿ ਅਸੀਂ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦੇ, ਤੇ ਸਾਨੂੰ ਨਹੀਂ ਲੱਗਦਾ ਤੁਸੀਂ ਵਾਪਸ ਮੁੜ ਕੇ ਜਾਓਗੇ ਹੁਣ, ਹੈ ਨਾ। ਕਿ ਉਹ ਸਿੱਧਾ ਕੇਸ ਜਿਹੜਾ ਤੁਹਾਡਾ ਖਰਾਬ ਹੋ ਜਾਂਦਾ ਕਿ ਵਿਜ਼ਟਰ ਤੇ ਵੀ ਤੁਸੀਂ ਇੱਕ ਦੂਜੇ ਨਾਲ ਯੂਨਾਈਟ ਨਹੀਂ ਹੋ ਸਕਦੇ। ਫਿਰ ਜਨਰਲੀ HNC ਉਹਨਾਂ ਐਪਲੀਕੈਂਟਸ ਦੇ ਲਈ ਆ, ਜਿਵੇਂ ਪੈਰੈਂਟਸ ਦੀ ਗੱਲ ਕਰ ਲਈਏ ਸਪੈਸੀਫਿਕਲੀ, ਲੈਟਸ ਸੇ ਕਿ ਤੁਹਾਡੇ ਪੈਰੈਂਟਸ ਦੀ ਏਜ 70-75 ਸਾਲ ਦੀ ਆ, ਤੁਹਾਡਾ ਉੱਥੇ ਹੋਰ ਕੋਈ ਫੈਮਿਲੀ ਮੈਂਬਰ ਹੈ ਨਹੀਂ, ਫੈਮਿਲੀ ਮੈਂਬਰ ਇਨ ਦਾ ਸੈਂਸ ਕਿ ਤੁਹਾਡੇ ਭੈਣ ਭਰਾ ਹੋਰ ਉੱਥੇ ਹੈ ਨਹੀਂ, ਤੁਹਾਡੇ ਪੈਰੈਂਟਸ ਦੇ ਕੋਈ ਹੋਰ ਬੱਚੇ ਉੱਥੇ ਨਹੀਂ ਹੈਗੇ ਜਿਨ੍ਹਾਂ ਕੋਲੇ ਉਹ ਰਹਿ ਸਕਦੇ ਨੇ, ਜਾਂ ਤੁਹਾਡੇ ਪੈਰੈਂਟਸ ਨੂੰ ਕੋਈ ਨਾ ਕੋਈ ਮੈਡੀਕਲ ਕੰਡੀਸ਼ਨ ਦਿਖਾਈਏ, ਜਾਂ ਕਈ ਵਾਰੀ ਕੀ ਹੁੰਦਾ ਕਿ ਇੱਕ ਪੈਰੈਂਟ ਹੁੰਦਾ, ਦੂਜਾ ਪੈਰੈਂਟ ਅਨਫੋਰਚੂਨੇਟਲੀ ਹੈਜ਼ ਪਾਸਡ ਅਵੇ, ਤੇ ਜਿਹੜੇ ਉਹ ਇੱਕ ਪੈਰੈਂਟ ਨੇ ਉਹ ਵੀ 올ਡ ਆ ਕਿ 70-72 ਦੇ ਨੇੜੇ ਏਜ ਹੈਗੀ। ਇਹਨਾਂ ਫੈਕਟਰਸ ਦੇ ਵਿੱਚ ਆਪਾਂ ਹਾਰਡਸ਼ਿਪ ਦਿਖਾ ਸਕਦੇ ਵੀ ਮੈਂ ਇਕੱਲਾ ਇੰਡੀਆ 'ਚ ਨਹੀਂ ਰਹਿ ਸਕਦਾ, ਜਿਹੋ ਜੀ ਇੰਡੀਆ ਦੇ ਵਿੱਚ ਸਿਚੁਏਸ਼ਨ ਹੈਗੀ ਕਿ ਇਕੱਲਾ ਰਹਿਣਾ ਇੱਕ ਤਾਂ ਮੇਰੇ ਲਈ ਸੇਫ ਨਹੀਂ, ਦੂਜਾ ਹੈਲਥ ਕੇਅਰ ਸਿਸਟਮ ਜਿਹੋ ਜਿਹਾ ਇੰਡੀਆ 'ਚ ਹੈਗਾ ਮੈਂ ਈਜ਼ੀਲੀ ਉਹਨੂੰ ਨਹੀਂ ਐਕਸੈਸ ਕਰ ਪਾਊਂਗਾ ਕਿਉਂਕਿ ਨਾ ਤਾਂ ਮੈਂ ਇਕੱਲਾ ਕਿਤੇ ਟਰੈਵਲ ਕਰਕੇ ਜਾ ਸਕਦਾ ਹਾਂ। ਤੇ ਤੀਜੀ ਗੱਲ ਹੁੰਦੀ ਆਪਾਂ ਕਿਉਂਕਿ ਏਜ ਰਿਲੇਟਡ ਫੈਕਟਰ ਹੈਗਾ, ਜਾਂ ਇਕੱਲੇ ਹੀ ਪੈਰੈਂਟਸ ਨੇ, ਪਿੱਛੇ ਕੋਈ ਹੋਰ ਨਹੀਂ ਹੈਗਾ, ਜਾਂ ਕੋਈ ਨਾ ਕੋਈ ਤਰੀਕੇ ਦੀ ਮੈਡੀਕਲ ਹਿਸਟਰੀ ਹੈਗੀ ਜਿਹਦੇ ਕਰਕੇ ਆਪਾਂ ਤੁਹਾਡੇ ਤੇ ਡਿਪੈਂਡੈਂਸੀ ਦਿਖਾ ਸਕਦੇ ਕਿ ਮੇਰੇ ਤੇ ਡਿਪੈਂਡੈਂਟ ਨੇ, ਮੈਂ ਹੀ ਉਹਨਾਂ ਦੀ ਕੇਅਰ ਕਰ ਸਕਦਾ, ਜੇ ਉਹ ਪਿੱਛੇ ਚੱਲ ਜਾਣਗੇ ਦੇ ਵੋਂਟ ਬੀ ਏਬਲ ਟੂ ਸਰਵਾਈਵ। ਸੋ ਇਹੋ ਜਿਹੇ ਫੈਕਟਰਸ ਹੋਣੇ ਚਾਹੀਦੇ ਆ ਜਿਹਦੇ ਕਰਕੇ ਆਪਣੀ HNC ਐਪਲੀਕੇਸ਼ਨ ਅਪਰੂਵ ਹੋ ਜਾਂਦੀ ਆ। ਇਹਦੇ ਉੱਪਰ ਇੱਕ ਹੋਰ ਗੱਲ ਹੈਗੀ, ਸੈਟਲਮੈਂਟ ਇਨ ਕੈਨੇਡਾ। ਜੇ ਤੁਹਾਡੇ ਪੈਰੈਂਟਸ ਪਹਿਲੀ ਵਾਰੀ ਕੈਨੇਡਾ ਆਏ ਆ
ਹਜੇ ਉਹਨਾਂ ਨੂੰ ਮਹੀਨਾ ਹੋਇਆ ਇੱਥੇ ਰਹਿੰਦਿਆਂ ਨੂੰ, ਤੇ ਆਪਾਂ ਏਜੰਸੀ 'ਚ ਫਾਈਲ ਲਾ ਦਈਏ, ਇਮੀਗ੍ਰੇਸ਼ਨ ਦਾ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਕਿ ਉਹਨਾਂ ਦੀ ਸੈਟਲਮੈਂਟ ਹੈ ਨਹੀਂ ਕੈਨੇਡਾ 'ਚ। ਹੁਣ ਤੱਕ ਉਹ ਇੰਡੀਆ 'ਚ ਰਹਿੰਦੇ ਰਹੇ ਆ, ਹੁਣ ਕਿਉਂ ਨਹੀਂ ਜਾ ਸਕਦੇ? 1 ਮਹੀਨੇ 'ਚ ਕੀ ਚੀਜ਼ ਬਦਲ ਗਈ? ਇਹਦੇ ਉਲਟ ਜੇ ਤੁਹਾਡੇ ਪੈਰੈਂਟਸ ਤੁਹਾਡੇ ਕੋਲੇ ਪਿਛਲੇ 4, 5, 6 ਸਾਲ ਤੋਂ ਕੈਨੇਡਾ 'ਚ ਰਹਿ ਰਹੇ ਆ, ਅਗੇਨ ਵੈਰੀ ਸਟਰੋਂਗ ਪੁਆਇੰਟ ਟੂ ਬੀ ਕੰਸੀਡਰਡ ਇਨ ਯੋਰ ਏਜੰਸੀ ਐਪਲੀਕੇਸ਼ਨ, ਜਿਹਦੇ 'ਚ ਆਪਾਂ ਕਹਿ ਸਕਦੇ ਵੀ ਉਹਨਾਂ ਦੀ ਸੈਟਲਮੈਂਟ ਹੈਗੀ ਕੈਨੇਡਾ। ਤੁਸੀਂ ਦੇਖ ਲਓ ਪਿਛਲੇ 4-5 ਸਾਲਾਂ ਤੋਂ ਉਹ ਨਹੀਂ ਮੁੜ ਕੇ ਜਾ ਸਕੇ ਤੇ ਅੱਗੇ ਵੀ ਨਹੀਂ ਜਾ ਸਕਦੇ। ਠੀਕ ਹੈ, ਸੋ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਜਿਹੜਾ ਪ੍ਰੋਗਰਾਮ ਹੈ ਉਹ 'ਚ ਲੋਟਰੀ 'ਚ ਨੰਬਰ ਨਹੀਂ ਆਉਂਦਾ, ਤੇ ਸੋਲੂਸ਼ਨ ਕੀ ਹੈ, ਕੀ ਕਰਨਗੇ ਲੋਕ? ਉਹਦਾ ਸੋਲੂਸ਼ਨ ਬਿਲਕੁਲ ਇਹ ਨਹੀਂ ਹੈਗਾ ਕਿ ਜੇ ਆਪਾਂ ਦਿਖਾ ਦਈਏ ਕਿ ਜੀ ਦੇਖ ਲਓ ਮੈਨੂੰ 5 ਸਾਲ ਹੋ ਗਏ ਲੋਟਰੀ ਸਿਸਟਮ ਟਰਾਈ ਕਰਦਿਆਂ ਨੂੰ ਤੇ ਮੇਰਾ ਨੰਬਰ ਨਹੀਂ ਨਿਕਲ ਰਿਹਾ, ਮੇਰੇ ਕੋਲੇ ਕੋਈ ਹੋਰ ਹਿਊਮੈਨਿਟੇਰੀਅਨ ਗਰਾਊਂਡਸ ਹੈ ਨਹੀਂ, ਬਟ ਸਿੰਪਲੀ ਬਿਕਾਜ਼ ਮੇਰਾ ਪੈਰੈਂਟ ਗ੍ਰੈਂਡ ਪੈਰੈਂਟ ਲੋਟਰੀ 'ਚ ਨਾਂ ਨਹੀਂ ਆ ਰਿਹਾ ਤੇ ਹੁਣ ਤੁਸੀਂ ਮੇਰੀ ਏਜੰਸੀ 'ਚ ਅਪਰੂਵ ਕਰੋ, ਉਹ ਨਹੀਂ ਚੱਲਦਾ ਕੰਮ। ਠੀਕ ਹੈ, ਜੇ ਤੁਹਾਡੇ ਕੋਲੇ ਹਿਊਮੈਨਿਟੇਰੀਅਨ ਗਰਾਊਂਡਸ ਹੈਗੇ ਆ ਫਿਰ ਬਿਲਕੁਲ ਅਪਰੂਵ ਵੀ ਹੁੰਦੀਆਂ ਐਪਲੀਕੇਸ਼ਨਸ, ਇਹਦਾ ਮਤਲਬ ਇਹ ਨਹੀਂ ਕਿ ਅਪਰੂਵ ਨਹੀਂ ਹੁੰਦੀਆਂ, ਬਟ ਤੁਹਾਨੂੰ ਐਪਲੀਕੇਸ਼ਨ ਲਾਉਣੀ ਸਹੀ ਤਰੀਕੇ ਨਾਲ ਪੈਂਦੀ ਤੇ ਉਹ ਤੋਂ ਵੀ ਪਹਿਲਾਂ ਤੁਹਾਨੂੰ ਪ੍ਰੋਪਰ ਗਾਈਡੈਂਸ ਚਾਹੀਦੀ ਕਿ ਤੁਹਾਡੇ ਕੋਲੇ ਇਨਫ ਹਿਊਮੈਨਿਟੇਰੀਅਨ ਗਰਾਊਂਡਸ ਹੈਗੇ ਕਿ ਨਹੀਂ ਹੈਗੇ। ਜਿਵੇਂ ਹੁਣ ਆਪਾਂ ਤੁਹਾਡੇ ਸਵਾਲ ਤੇ ਆ ਜਾਈਏ ਕਿ ਜੇ ਕਮਲ ਜੀ ਸਵਾਲ ਕਿਉਂਕਿ ਹੋਰ ਜ਼ਿਆਦਾ ਹੈ, ਅਸੀਂ ਅਗਲਾ ਟੌਪਿਕ ਵੀ ਲੈ ਲਈਏ, ਤੁਸੀਂ ਇੱਕ ਵਾਰ ਆਪਣਾ ਫੋਨ ਨੰਬਰ ਔਰ ਲੋਕੇਸ਼ਨ ਜ਼ਰੂਰ ਦੱਸ ਦਿਓ। ਹਾਂਜੀ ਬਿਲਕੁਲ ਜੀ, ਸਾਡਾ ਫੋਨ ਨੰਬਰ ਹੈਗਾ 4168260002। ਸਾਡਾ ਆਫਿਸ ਹੈਗਾ ਬਰੈਂਪਟਨ ਦੇ ਵਿੱਚ 2700 ਨਾਰਥ ਪਾਰਕ ਡਰਾਈਵ, ਯੂਨਿਟ ਨੰਬਰ 20। ਕਿਸੇ ਨੇ ਐਚਐਨਸੀ ਦੇ ਬਾਰੇ, ਪੇਰੈਂਟਸ ਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ, ਤੁਹਾਨੂੰ ਕੰਟੈਕਟ ਕਰ ਸਕਦੇ। ਅਸੀਂ ਅਗਲੇ ਸਵਾਲ ਤੇ ਚੱਲੀਏ, ਰਿਫਿਊਜੀ ਦੇ ਬਾਰੇ। ਸੋ ਰਿਫਿਊਜੀ ਦੀ ਬੜੀ ਗੱਲਬਾਤ ਚੱਲਦੀ ਹੈ ਕਿ ਕਿਹੜੇ ਕੇਸਿਸ 'ਚ ਤੁਸੀਂ ਰਿਫਿਊਜੀ ਫਾਈਲ ਲਾ ਸਕਦੇ ਹੋ, ਫਾਈਲਾਂ ਰਿਜੈਕਟ ਵੀ ਹੁੰਦੀਆਂ, ਅਪੀਲਸ ਵੀ ਕਿ ਤੁਸੀਂ ਲੈ ਲੈਂਦੇ ਹੋ ਰਿਫਿਊਜੀ ਦੀ, ਔਰ ਸਿਨੈਰੀਓ ਕਿਹੜਾ ਕਦ ਰਿਫਿਊਜੀ ਦੀ ਕੇਸਿਸ ਲਾਏ ਜਾ ਸਕਦੇ ਆ? ਹਾਂਜੀ, ਅਸੀਂ ਬਿਲਕੁਲ ਰਿਫਿਊਜੀ ਜਿਹੜੀ ਇਨੀਸ਼ੀਅਲ ਤੁਹਾਡਾ ਕਲੇਮ ਹੈਗਾ ਜੀ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਆਰਪੀਡੀ ਦੇ ਨਾਲ, ਉਹ ਵੀ ਫਾਈਲ ਕਰਦੇ ਹਾਂ ਆਪਾਂ। ਐਂਡ ਦੈਨ ਜੇ ਤੁਹਾਡੀ ਕਿਸੇ ਕਾਰਨ ਕਰਕੇ ਰਿਫਿਊਜੀ ਇਨੀਸ਼ੀਅਲ ਕਲੇਮ ਤੁਹਾਡਾ ਰਿਫਿਊਜ਼ ਹੋ ਜਾਂਦਾ ਤਾਂ ਆਪਾਂ ਆਰਏਡੀ ਰਿਫਿਊਜੀ ਅਪੀਲ ਡਿਵੀਜ਼ਨ ਦੇ ਨਾਲ ਤੁਹਾਡੀ ਅਪੀਲ ਵੀ ਕਰਦੇ ਹਾਂ। ਹੁਣ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰ ਲਈਏ, ਲੈਟਸ ਸੇ ਕਿ ਤੁਸੀਂ ਪੰਜਾਬ ਤੋਂ ਆਏ ਹੋ, ਤੁਹਾਡੇ ਕੋਲੇ ਵਿਜ਼ਟਰ ਵੀਜ਼ਾ ਹੈਗਾ, ਤੁਹਾਡੇ ਕੋਲੇ ਕੀ ਚਾਂਸਸ ਹੋ ਸਕਦੇ ਕਿ ਤੁਸੀਂ ਰਿਫਿਊਜੀ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਜਾਂ ਇੱਕ ਦੂਜਾ ਬੜਾ ਕਾਮਨ ਸਿਨੈਰੀਓ ਹੁੰਦਾ ਕਿ ਕਈ ਵਾਰੀ ਬੱਚੇ ਇੱਥੇ ਆਉਂਦੇ ਸਟੂਡੈਂਟ ਪਰਮਿਟ ਤੇ ਆਊਟ ਆਫ ਸਟੇਟਸ ਹੋ ਜਾਂਦੇ ਆ, ਜਾਂ ਵਰਕ ਪਰਮਿਟ ਤੇ ਹੁੰਦੇ ਆਊਟ ਆਫ ਸਟੇਟਸ ਹੋ ਜਾਂਦੇ, ਉਹ ਕਹਿੰਦੇ ਮੇਰੇ ਕੋਲੇ ਕੋਈ ਆਪਸ਼ਨ ਹੈ ਨਹੀਂ, ਹੁਣ ਮੈਂ ਰਿਫਿਊਜੀ ਲਾ ਦੇਣਾ ਆ। ਸੋ ਇਹਨਾਂ ਸਿਚੁਏਸ਼ਨਸ ਦੇ ਵਿੱਚ ਕੀ ਆਪਣਾ ਬੈਨੀਫਿਟ ਹੋ ਸਕਦਾ ਰਿਫਿਊਜੀ ਨਾਲ, ਕੀ ਆਪਣਾ ਨੁਕਸਾਨ ਹੋ ਸਕਦਾ, ਇਹ ਵੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਜਿਹੜੀ ਜਾਣਕਾਰੀ ਹੋਣੀ। ਰਿਫਿਊਜੀ ਦੀ ਐਪਲੀਕੇਸ਼ਨ 2 ਗਰਾਊਂਡਸ ਦੇ ਅੰਡਰ ਐਕਸੈਪਟ ਹੁੰਦੀ ਆ। ਇੱਕ ਹੈਗਾ ਸੈਕਸ਼ਨ 96 ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦਾ, ਤੇ ਦੂਜਾ ਹੈਗਾ ਸੈਕਸ਼ਨ 97। ਇਹਦੇ 'ਚ ਜਾਂ ਤਾਂ ਆਪਾਂ ਇਮੀਗ੍ਰੇਸ਼ਨ ਨੂੰ ਇਹ ਪ੍ਰੂਵ ਕਰਨਾ ਹੁੰਦਾ ਕਿ ਜੀ ਮੇਰੀ ਕੰਟਰੀ ਦੇ ਵਿੱਚ ਪੋਲੀਟੀਕਲ ਕੰਡੀਸ਼ਨ ਇਦਾਂ ਦੀ ਹੈ ਕਿ ਮੈਂ ਉੱਥੇ ਸੇਫ ਨਹੀਂ ਹੈਗਾ। ਫੋਰ ਐਗਜ਼ਾਮਪਲ ਆਪਾਂ ਸੀਰੀਆ ਦੀ ਜਾਂ ਯੂਕਰੇਨ ਦੀ ਐਗਜ਼ਾਮਪਲ ਲੈ ਲਈਏ ਰਾਈਟ ਨਾਓ, ਹੈ ਨਾ, ਉਹੋ ਜੀ ਤਾਂ ਆਪਣੀ ਪੰਜਾਬ 'ਚ ਕੋਈ ਗੱਲ ਹੈ ਨਹੀਂ ਇਸ ਟਾਈਮ ਤੇ। ਜਿਹੜਾ ਤੁਹਾਡਾ ਕਲੇਮ ਐਕਸੈਪਟ ਹੋਊਗਾ ਉਹ ਹੋਊਗਾ ਇਸ ਕੰਡੀਸ਼ਨ ਦੇ ਅੰਡਰ ਕਿ ਡਿਊ ਟੂ ਜਾਂ ਤਾਂ ਮੈਂ ਕਿਸੇ ਸਪੈਸ਼ਲ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ ਹਾਂ, ਠੀਕ ਹੈ, ਜਾਂ ਮੈਨੂੰ ਕਿਸੇ ਮੇਰੀ ਪਰਸਨਲ ਦੁਸ਼ਮਣੀ ਹੈਗੀ ਕਿਸੇ ਇਨਫਲੂਐਂਸ਼ੀਅਲ ਬੰਦੇ ਦੇ ਨਾਲ, ਜਿਹਦੇ ਕਰਕੇ ਮੈਨੂੰ ਖਤਰਾ ਆ, ਜਿਹਦੇ ਕਰਕੇ ਮੈਂ ਵਾਪਸ ਇੰਡੀਆ ਨਹੀਂ ਜਾ ਸਕਦਾ ਹੈਗਾ। ਹੁਣ ਆਪਾਂ ਥੋੜਾ ਜਿਹਾ ਇਹਨੂੰ ਜੇ ਵਿਸਥਾਰ 'ਚ ਡਿਸਕਸ ਕਰਦੇ ਹਾਂ ਰਿਫਿਊਜੀ ਐਪਲੀਕੇਸ਼ਨਸ ਨਿਤਿਨ ਜੀ, ਜਿਹੜਾ ਇਮੀਗ੍ਰੇਸ਼ਨ ਆ ਜਾਂ ਜਿਹੜਾ IRB ਆ ਰਿਫਿਊਜੀ ਬੋਰਡ, ਉਹਨਾਂ ਨੇ 2 ਮੇਨ ਚੀਜ਼ਾਂ ਦੇਖਣੀਆਂ ਤੁਹਾਡੀ ਫਾਈਲ 'ਚ। ਪਹਿਲੀ ਚੀਜ਼ ਉਹਨਾਂ ਨੇ ਚੈੱਕ ਕਰਨੀ ਕ੍ਰੈਡੀਬਿਲਿਟੀ, ਕਿ ਜਿਹੜੀ ਚੀਜ਼ ਤੁਸੀਂ ਸਾਨੂੰ ਬੋਲ ਕੇ ਦੱਸ ਰਹੇ ਆ ਉਹ ਸਹੀ ਆ ਕਿ ਨਹੀਂ ਸਹੀ। ਠੀਕ ਹੈ। ਦੂਜੀ ਚੀਜ਼ ਉਹਨਾਂ ਨੇ ਚੈੱਕ ਕਰਨੀ ਇੰਟਰਨਲ ਫਲਾਈਟ ਆਲਟਰਨੇਟਿਵ। ਹੁਣ ਥੋੜਾ ਜਿਹਾ ਟੈਕਨੀਕਲ ਵਰਡ ਆ, ਇਹ ਤਾਂ ਬੇਸਿਕਲੀ ਮਤਲਬ ਕੀ ਹੁੰਦਾ ਕਿ ਜੇ ਤੁਹਾਨੂੰ ਪੰਜਾਬ 'ਚ ਖਤਰਾ ਤਾਂ ਤੁਸੀਂ ਦਿੱਲੀ ਜਾ ਕੇ ਰਹਿ ਲਓ, ਤੁਸੀਂ ਬੰਬੇ ਜਾ ਕੇ ਰਹਿ ਲਓ, ਆਪਣੇ ਕੋਲੇ ਹੋਰ ਸਟੇਟਸ ਹੈਗੀਆਂ ਉੱਥੇ ਤੁਸੀਂ ਮੂਵ ਕਰ ਸਕਦੇ ਹੋ। ਇਹ 2 ਮੇਨ ਜਿਹੜੇ ਇਸ਼ੂਜ਼ ਨੇ, 2 ਮੇਨ ਮੁੱਦੇ ਜੇ ਆਪਾਂ ਹੱਲ ਕਰ ਲੈਣੇ ਤੁਹਾਡੀ ਰਿਫਿਊਜੀ ਐਪਲੀਕੇਸ਼ਨ ਦੇ ਵਿੱਚ, ਦੇयर इज ਨਥਿੰਗ ਦੈਟ ਕੈਨ ਸਟਾਪ ਯੂ ਫਰਮ ਗੈਟਿੰਗ ਐਨ ਅਪਰੂਵਲ। ਹੁਣ ਇੱਥੇ ਸਭ ਤੋਂ ਪਹਿਲਾ ਸਟੈਪ ਜਦੋਂ ਆਪਾਂ ਰਿਫਿਊਜੀ ਐਪਲੀਕੇਸ਼ਨ ਫਾਈਲ ਕਰਦੇ ਹਾਂ ਜੀ, ਤੁਸੀਂ ਆਪਣੀ ਆਨਲਾਈਨ ਇਨਫੋਰਮੇਸ਼ਨ ਭਰ ਕੇ ਭੇਜਣੀ ਹੁੰਦੀ, ਜਿਹਨੂੰ ਆਪਾਂ ਕਹਿੰਦੇ ਆ ਬੇਸਿਸ ਆਫ ਕਲੇਮ ਫਾਰਮ। ਠੀਕ ਹੈ। ਇੱਥੇ ਮੈਂ ਇੱਕ ਪੁਆਇੰਟ ਬ੍ਰਿੰਗ ਅਪ ਕਰਨਾ ਚਾਹੁੰਦੀ, ਕਿਉਂਕਿ ਅਸੀਂ ਰੋਜ਼ ਦੇ ਬੇਸਿਸ ਤੇ ਇਹ ਗੱਲ ਸੁਣਦੇ ਹਾਂ। ਮੋਸਟਲੀ ਆਪਣੀ ਕਮਿਊਨਿਟੀ ਦੇ ਲੋਕੀ ਆਉਂਦੇ, ਉਹ ਕਹਿੰਦੇ ਜੀ ਕੋਈ ਮੌਂਟਰੀਅਲ 'ਚ ਫਾਈਲ ਕਰਦਾ ਸੀਗਾ ਕੇਸ, ਤੇ ਉਹਨੂੰ ਮੈਂ $500-700 ਦਿੱਤਾ ਤੇ ਉਹਨੇ ਮੇਰੇ ਕਾਗਜ਼ ਭਰ ਕੇ ਲਾਤੇ। ਤੇ ਪਰ ਬੜਾ ਇੰਪੋਰਟੈਂਟ, ਕਿਉਂਕਿ ਬਹੁਤ ਬੱਚੇ ਇੱਥੋਂ ਮੌਂਟਰੀਅਲ, ਵੈਂਕੂਵਰ ਤੋਂ ਵੀ, ਟੋਰਾਂਟੋ ਤੋਂ ਵੀ ਮੌਂਟਰੀਅਲ ਜਾਂਦੇ ਕਿ ਰਿਫਿਊਜੀ ਦੀ ਫਾਈਲੋਂ ਲੱਗਦੇ ਕਿ ਰਿਫਿਊਜੀ ਫਾਈਲਾਂ ਉੱਥੇ ਹੀ ਲੱਗਦੀਆਂ। ਬਿਲਕੁਲ ਇਹ ਗੱਲ ਬਿਲਕੁਲ ਸਹੀ ਨਹੀਂ ਹੈਗੀ। ਜੇ ਤੁਸੀਂ ਕਹੋ ਵੀ ਤੁਹਾਡਾ ਟੋਰਾਂਟੋ ਆਫਿਸ 'ਚੋਂ ਪ੍ਰੋਸੈਸ ਹੋ ਰਿਹਾ, ਕੰਪੈਰੀਟਿਵਲੀ ਜੇ ਮੌਂਟਰੀਅਲ ਤੋਂ ਪ੍ਰੋਸੈਸ ਹੋ ਰਿਹਾ ਤਾਂ ਤੁਹਾਡੀ ਅਪਰੂਵ ਹੋਊਗੀ, ਨਥਿੰਗ ਲਾਈਕ ਦੈਟ। ਜਿਹੜੀ ਗਾਈਡਲਾਈਨਸ ਹੈਗੀਆਂ, ਜਿਹੜਾ ਪ੍ਰੋਸੈਸ ਆ ਉਹ ਐਗਜ਼ੈਕਟਲੀ ਸੇਮ ਆ, ਚਾਹੇ ਤੁਸੀਂ ਟੋਰਾਂਟੋ ਤੋਂ ਫਾਈਲ ਕਰ ਲਓ, ਵੈਨਕੂਵਰ ਤੋਂ ਕਰ ਲਓ, ਮੌਂਟਰੀਅਲ ਤੋਂ ਕਰ ਲਓ। ਬਟ ਜੇ ਤੁਸੀਂ ਇਸ ਤਰੀਕੇ ਨਾਲ ਜਾ ਰਹੇ ਹੋ ਵੀ ਮੌਂਟਰੀਅਲ ਜਾ ਕੇ ਕੋਈ ਬੰਦਾ ਕਾਗਜ਼ ਭਰਦਾ ਰਿਫਿਊਜੀ ਦੇ ਤੇ ਉਹਨੂੰ ਮੈਂ $500-700 ਦੇ ਕੇ ਫਾਈਲ ਲਾਤੀ, ਦੈਟ ਇਜ਼ ਦਾ। ਤੇ ਜੇ ਤੁਹਾਨੂੰ ਨਹੀਂ ਪਤਾ ਕਿ ਉਹ ਤੁਹਾਡੀ ਇਨਫੋਰਮੇਸ਼ਨ 'ਚ, ਤੁਹਾਡੀ ਫਾਈਲ 'ਚ ਕੀ ਇਨਫੋਰਮੇਸ਼ਨ ਦੇ ਰਹੇ ਆ,
that's the first step to get your refugee application rejected. ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਤੁਹਾਡੇ ਕੋਲੇ genuinely grounds ਹੋਣੇ ਚਾਹੀਦੇ ਰਿਫਿਊਜੀ ਦੇ। ਜੇ ਤੁਸੀਂ ਕਹਾਣੀ ਬਣਾ ਕੇ ਲਿਖਤੀ, ਤੁਸੀਂ ਜਿੰਨਾ ਮਰਜ਼ੀ ਰੱਟੇ ਲਾ ਲਓ, ਆਪਣੀ ਫਾਈਲ ਨਹੀਂ ਥਰੂ ਹੋਣੀ, ਬਿਕਾਜ਼ ਉਹ ਚੀਜ਼ ਬਾਹਰ ਆ ਜਾਂਦੀ ਕ੍ਰੈਡੀਬਿਲਿਟੀ ਦੀ ਜਦੋਂ ਤੁਹਾਨੂੰ ਕੁਐਸਚਨਿੰਗ ਕੀਤੀ ਜਾਂਦੀ ਹੈ ਐਟ ਅ ਲੇਟਰ ਸਟੇਜ, ਰਾਈਟ? ਸੋ ਤੁਹਾਡੇ ਕੋਲੇ ਜੈਨੂਇਨ ਗਰਾਊਂਡਸ ਹੋਣੇ ਚਾਹੀਦੇ ਆ। ਜਿਹੜਾ ਤੁਹਾਡਾ ਪਹਿਲਾ ਐਪਲੀਕੇਸ਼ਨ ਫਾਰਮ ਆ ਬੇਸਿਸ ਆਫ ਕਲੇਮ, 70% ਤੁਹਾਡੀ ਰਿਫਿਊਜੀ ਦੀ ਐਪਲੀਕੇਸ਼ਨ ਉਹਦੇ ਤੇ ਡਿਪੈਂਡ ਕਰਦੀ ਹੈ। ਜੇ ਉਹਦੇ 'ਚ ਤੁਸੀਂ ਇਨਫੋਰਮੇਸ਼ਨ ਨਹੀਂ ਸਹੀ ਭਰ ਕੇ ਭੇਜਦੇ, ਡੀਟੇਲ 'ਚ ਨਹੀਂ ਲਿਖ ਕੇ ਭੇਜਦੇ, ਜਾਂ ਤੁਹਾਨੂੰ ਆਪ ਨੂੰ ਨਹੀਂ ਪਤਾ ਉਹਦੇ 'ਚ ਕੀ ਲਿਖਿਆ ਹੋਇਆ, ਯੂ ਵਿਲ ਨਾਟ ਬੀ ਏਬਲ ਟੂ ਗੈਟ ਐਨ ਅਪਰੂਵਲ। ਸੋ ਇਸ ਕਰਕੇ ਤੁਸੀਂ ਫਾਈਲ ਜਿੱਥੋਂ ਮਰਜ਼ੀ ਲਵਾਓ, ਇਹ ਨਹੀਂ ਹੈ ਕਿ ਮੌਂਟਰੀਅਲ ਤੋਂ ਟੋਰਾਂਟੋ ਤੋਂ ਲਵਾਓਗੇ ਤਾਂ ਅਪਰੂਵ ਹੋਊਗੀ, ਮੌਂਟਰੀਅਲ ਤੋਂ ਨਹੀਂ ਅਪਰੂਵ ਹੁੰਦੀਆਂ, ਨਥਿੰਗ ਲਾਈਕ ਦੈਟ। ਪਰ ਤੁਹਾਡੀ ਜਿਹੜੀ ਫਾਈਲ ਬਣੀ ਸਹੀ ਤਰੀਕੇ ਨਾਲ ਹੋਣੀ ਚਾਹੀਦੀ। ਜਿਹੜਾ ਤੁਹਾਡਾ ਪਹਿਲਾ ਬੇਸਿਸ ਆਫ ਕਲੇਮ ਫਾਰਮ ਆ, ਐਕਸਟ੍ਰੀਮਲੀ ਇੰਪੋਰਟੈਂਟ, ਪ੍ਰੋਪਰ ਡੀਟੇਲ ਦੇ ਵਿੱਚ ਉਹ 'ਚ ਇਨਫੋਰਮੇਸ਼ਨ ਦਿੱਤੀ ਜਾਣੀ ਜਿਹੜੀ ਚਾਹੀਦੀ ਆ, ਕਿਉਂਕਿ ਉਹਦੇ ਬੇਸਿਸ ਤੇ ਜਦੋਂ ਤੁਹਾਡੀ ਹੀਅਰਿੰਗ ਆਊਗੀ ਤੁਹਾਡੇ ਤੋਂ ਇਨਫੋਰਮੇਸ਼ਨ ਪੁੱਛੀ ਜਾਣੀ ਹੈ। ਸੋ ਕਮਲ ਜੀ, ਕਿਸੇ ਨੂੰ ਵੀ ਰਿਫਿਊਜੀ ਕੇਸ ਦੇ ਬਾਰੇ ਕੋਈ ਕੁਐਸਚਨ ਹੋਇਆ, ਸਵਾਲ ਹੋਇਆ, ਕੋਈ ਅਪੀਲ ਹੋਈ, ਕੋਈ ਰਿਜੈਕਟ ਹੋ ਚੁੱਕੀ ਹੈ, ਜਾਂ ਕਿਹੜੇ ਕਰ ਸਕਦੇ ਤੇ ਤੁਹਾਨੂੰ ਉਹ ਤੁਹਾਡੇ ਆਫਿਸ 'ਚ ਮਿਲ ਸਕਦੇ 100%। ਤੇ ਇੱਕ ਗੱਲ ਇਹ ਵੀ ਹੁੰਦੀ ਨਿਤਿਨ ਜੀ, ਜਿਵੇਂ ਹੁਣ ਆਪਾਂ HNC ਦੀ ਗੱਲ ਕਰਕੇ ਹਟੇ ਹਾਂ, ਬਹੁਤੇ ਰਿਫਿਊਜੀ ਐਪਲੀਕੈਂਟਸ ਵੀ ਹੁੰਦੇ ਜਿਨ੍ਹਾਂ ਦੀ ਰਿਫਿਊਜੀ ਅਪੀਲ ਰਿਫਿਊਜ਼ ਹੋ ਜਾਂਦੀ ਆ, ਅੱਗੇ ਜਾ ਕੇ ਫੈਡਰਲ ਕੋਰਟ 'ਚ ਉਹਨਾਂ ਦਾ ਜੁਡੀਸ਼ੀਅਲ ਰਿਵਿਊ ਵੀ ਰਿਫਿਊਜ਼ ਹੋ ਜਾਂਦਾ। ਉਹ ਕਹਿੰਦੇ ਵੀ ਹੁਣ ਸਾਡੀ HNC ਲਾ ਦਿਓ। ਜਨਰਲੀ HNC ਐਪਲੀਕੇਸ਼ਨ ਤੁਸੀਂ ਤਾਂ ਲਾ ਸਕਦੇ ਜੇ ਤੁਹਾਡਾ ਜਿਹੜਾ ਲਾਸਟ ਰਿਫਿਊਜ਼ਲ ਆਇਆ ਸੀ ਰਿਫਿਊਜੀ ਤੋਂ, ਉਹਨੂੰ 12 ਮਹੀਨੇ ਹੋ ਚੁੱਕੇ, ਅਦਰਵਾਈਜ਼ ਤੁਹਾਡੀ ਤੇ ਬਾਹਰ ਲੱਗ ਜਾਂਦੀ ਆ। ਠੀਕ ਹੈ। ਤੁਸੀਂ ਅਗਲੇ 12 ਮਹੀਨੇ ਲਈ ਨਹੀਂ ਫਾਈਲ ਕਰ ਸਕਦੇ। ਜਨਰਲੀ ਐਪਲੀਕੈਂਟਸ ਫਿਰ ਉੱਥੇ ਆਪਾਂ ਫਾਈਲ ਲਾ ਦਿੰਦੇ ਆ, ਆਪਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਐਂਡ ਵੀ ਗੈਟ ਅ ਰਿਜੈਕਸ਼ਨ। ਠੀਕ ਹੈ। ਰੀਸੈਂਟਲੀ ਸਾਡੇ ਕੋਲ ਇੱਕ ਫੈਮਿਲੀ ਆਈ ਸੀ, ਹਸਬੈਂਡ ਵਾਈਫ, ਉਹਨਾਂ ਦੇ ਬੱਚੇ ਇੰਡੀਆ ਸੀ। ਉਹ ਪਿਛਲੇ 8 ਸਾਲ ਤੋਂ ਨਿਤਿਨ ਜੀ ਇੱਥੇ ਰਹਿ ਰਹੇ ਕੈਨੇਡਾ ਦੇ ਵਿੱਚ। ਉਹਨਾਂ ਨੇ ਸਾਰੀਆਂ ਆਪਸ਼ਨਸ ਐਗਜ਼ੌਸਟ ਕਰ ਲਈਆਂ। ਪਿਛਲੇ 3 ਸਾਲ ਤੋਂ ਤਾਂ ਕੋਈ ਫਾਈਲ ਵੀ ਨਹੀਂ ਸੀ ਇਨ ਪ੍ਰੋਸੈਸ, ਰਿਫਿਊਜੀ ਸਭ ਕੁਝ ਰਿਜੈਕਟ ਹੋ ਗਿਆ। ਉਹਨਾਂ ਦਾ ਅਸੀਂ HNC ਦੇ ਵਿੱਚ ਐਪਲੀਕੇਸ਼ਨ ਲਾਈ, ਇਹੀ ਦਿਖਾ ਕੇ ਕਿ ਸਾਨੂੰ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ, ਸਾਡੇ ਕੋਲ ਸਟੇਬਲ ਇਨਕਮ ਹੈਗੀ, ਅਸੀਂ ਕੰਮ ਕਰ ਰਹੇ ਹਾਂ। ਬਹੁਤ ਵਧੀਆ ਤਰੀਕੇ ਨਾਲ ਆਪਣੀ ਐਪਲੀਕੇਸ਼ਨ ਅਪਰੂਵ ਹੋ ਕੇ ਆ ਗਈ। ਸੋ ਦੇਅਰ ਆਰ ਆਲਵੇਜ਼ ਆਪਸ਼ਨਸ। ਜੇ ਤੁਹਾਨੂੰ ਲੱਗਦਾ ਵੀ ਹੁਣ ਮੇਰੇ ਲਈ ਕੋਈ ਤਰੀਕਾ ਬਚਿਆ ਨਹੀਂ, ਵੀ ਮੈਂ ਰਿਫਿਊਜੀ ਵੀ ਲਾ ਲਈ, ਅਪੀਲ ਵੀ ਕਰ ਲਈ, ਫੈਡਰਲ ਕੋਰਟ ਕੋਲ ਵੀ ਚਲ ਗਿਆ, ਦੇਅਰ ਕੁਡ ਸਟਿਲ ਬੀ ਆਪਸ਼ਨਸ। ਹਾਊਐਵਰ ਜੇ ਆਪਾਂ ਸਹੀ ਤਰੀਕੇ ਨਾਲ ਡਾਕੂਮੈਂਟਸ ਲਾਉਣੇ ਆ ਤਾਂ। ਕਮਲ ਜੀ, ਆਖਰੀ ਸਵਾਲ, ਟਾਈਮ ਬਹੁਤ ਸ਼ਾਰਟ ਹੈ, ਕਿ ਕੈਨੇਡਾ ਦੇ ਅੰਦਰ ਬਹੁਤ ਬੱਚੇ ਆ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਲੈ ਲਿਆ, ਤੇ PR ਦੇ ਲਈ ਜਿਹੜੇ ਓਨਟਾਰੀਓ 'ਚ ਵੀ ਹੈ, ਉਹਨਾਂ ਨੂੰ ਲੱਗਦਾ ਹੈ ਸਾਨੂੰ ਕਿਹੜੇ ਪ੍ਰੋਵਿੰਸ 'ਚ ਮੂਵ ਹੋਈਏ। ਸੋ ਕੀ ਸਲਾਹ ਦੋਗੇ ਉਹਨਾਂ ਨੂੰ ਕਿ ਮੂਵ ਹੋਣਾ ਜ਼ਰੂਰੀ ਹੈ ਕਿ ਵਿਦਿਨ ਓਨਟਾਰੀਓ ਵੀ ਆਪਣੀ PR ਲੈ ਸਕਦੇ ਹੋ? ਜੇ ਆਪਾਂ ਸਾਫ਼ ਤਰੀਕੇ ਨਾਲ ਗੱਲ ਕਰੀਏ, ਕੁਇਕਲੀ ਟਾਈਮ ਨੂੰ ਦੇਖਦੇ ਹੋਏ, ਓਨਟਾਰੀਓ ਦੇ ਵਿੱਚ ਜੇ ਤੁਸੀਂ PNP ਦੀ ਆਪਸ਼ਨ ਦੇਖਣੀ ਆ, ਸਪੈਸੀਫਿਕਲੀ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ ਐਕਸਪ੍ਰੈਸ ਐਂਟਰੀ 'ਚ ਪੁਆਇੰਟਸ ਨਹੀਂ ਬਣਦੇ, ਤੁਹਾਡੇ ਕੋਲ ਆਪਸ਼ਨ ਹੈਗੀ ਜੀ ਟ੍ਰੇਡਸ ਦੇ ਥਰੂ, ਕਿ ਸਕਿਲਡ ਟ੍ਰੇਡ 'ਚ ਤੁਸੀਂ ਕੰਮ ਕਰੋ। ਕੋਈ ਵੈਲਡਰ ਦਾ ਕੰਮ ਕਰ ਲਓ, ਮਕੈਨਿਕ ਦਾ ਕਰ ਲਓ, ਪਲੰਬਰ, ਕੰਸਟਰਕਸ਼ਨ ਦਾ, ਕੋਈ ਵੀ ਡਰਾਈ ਵਾਲ, ਕੋਈ ਵੀ ਕੰਟਰੈਕਟਰ ਦਾ ਕੰਮ ਹੋਵੇ ਕੰਸਟਰਕਸ਼ਨ ਦਾ, ਇਹੋ ਜਿਹੇ ਫੀਲਡ 'ਚ ਜੇ ਤੁਹਾਡੇ ਕੋਲੇ ਸਾਲ ਦਾ ਵਰਕ ਐਕਸਪੀਰੀਅੰਸ ਹੈਗਾ, ਤੁਹਾਡੀ ਈਜ਼ੀਲੀ ਐਪਲੀਕੇਸ਼ਨ ਓਨਟਾਰੀਓ ਦੇ PNP ਪ੍ਰੋਗਰਾਮ ਥਰੂ ਸਿਲੈਕਟ ਹੋ ਜਾਂਦੀ ਹੈ। ਉਹਦੇ ਲਈ ਕੋਈ ਲੈਟਰ ਨਹੀਂ ਚਾਹੀਦੀ ਹੋਣੀ ਹੈ ਕੰਪਨੀ ਤੋਂ? ਤੁਹਾਨੂੰ ਕੰਪਨੀ ਦੇ ਕੌਨਫੀਡੈਂਸ਼ੀਅਲ ਡਾਕੂਮੈਂਟਸ ਕੋਈ ਨਹੀਂ ਚਾਹੀਦੇ, ਨਾ ਹੀ ਕੰਪਨੀ ਦਾ ਕੋਈ ਐਲੀਜੀਬਿਲਿਟੀ ਕ੍ਰਾਈਟੇਰੀਆ। ਐਕਸਪੀਰੀਅੰਸ ਲੈਟਰ ਤੁਹਾਨੂੰ ਚਾਹੀਦੀ, ਪੇ ਤੁਹਾਡੇ ਅਕਾਊਂਟ 'ਚ ਹੀ ਆਉਣੀ, T4 ਵੀ ਆਪਾਂ ਨੂੰ ਮਿਲ ਜਾਂਦੀ ਹੈ, ਰਾਈਟ? ਸੋ ਕੋਈ ਖਾਸ ਡਾਕੂਮੈਂਟੇਸ਼ਨ ਨਹੀਂ ਚਾਹੀਦੀ ਐਕਸੈਪਟ ਦੀ ਐਕਸਪੀਰੀਅੰਸ ਲੈਟਰ। ਜੇ ਤੁਸੀਂ ਰੈਸਟੋਰੈਂਟ ਇੰਡਸਟਰੀ 'ਚ ਕੰਮ ਕਰ ਰਹੇ ਹੋ, ਜੇ ਤੁਸੀਂ ਕੋਈ ਰੀਟੇਲ ਕਿਸੇ ਗੈਸ ਸਟੇਸ਼ਨ ਤੇ ਕੰਮ ਕਰ ਰਹੇ ਹੋ, ਤੁਹਾਡੇ ਕੋਲੇ ਸੁਪਰਵਾਈਜ਼ਰ, ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਓਨਟਾਰੀਓ ਦੇ ਵਿੱਚ ਐਕਸਟ੍ਰੀਮਲੀ ਲਿਮਿਟਡ ਆਪਸ਼ਨਸ ਹੈਗੀਆਂ। ਇਹ ਸਿਚੁਏਸ਼ਨ ਦੇ ਵਿੱਚ ਤੁਸੀਂ ਨੋਵਾ ਸਕੋਸ਼ੀਆ ਮੂਵ ਕਰ ਸਕਦੇ ਹੋ। ਉੱਥੇ ਬਹੁਤ ਵਧੀਆ PNP ਪ੍ਰੋਗਰਾਮ ਚੱਲ ਰਹੇ, ਸਕਿਲਡ ਵਰਕਰ PNP ਪ੍ਰੋਗਰਾਮ ਹੈਗਾ, ਕਿ ਜੇ ਤੁਸੀਂ ਐਕਸਪੀਰੀਅੰਸ ਸਾਲ ਦਾ ਓਨਟਾਰੀਓ 'ਚ ਗੇਨ ਕਰ ਲਿਆ ਸੁਪਰਵਾਈਜ਼ਰ ਦਾ, ਹੁਣ ਤੁਹਾਨੂੰ ਲੱਗਦਾ ਕਿ ਮੇਰੇ ਪੁਆਇੰਟਸ ਨਹੀਂ ਬਣਦੇ ਜਾਂ ਮੇਰੇ ਕੋਲੇ ਕੋਈ ਆਪਸ਼ਨ ਹੈ ਨਹੀਂ, ਤੁਸੀਂ ਐਜ਼ ਅ ਸੁਪਰਵਾਈਜ਼ਰ ਨੋਵਾ ਸਕੋਸ਼ੀਆ 'ਚ ਜੌਬ ਲੱਭ ਲਓ। ਉੱਥੇ ਜਾਂਦੇ ਸਾਰ ਤੁਸੀਂ PNP ਦੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਐਕਸਪੀਰੀਅੰਸ ਤੁਹਾਡਾ ਓਨਟਾਰੀਓ ਦਾ ਕਾਊਂਟ ਹੋ ਜਾਣਾ ਹੈ। ਠੀਕ ਹੈ। ਇਹ ਤੋਂ ਅਗਲਾ ਇੱਕ ਹੋਰ ਪ੍ਰੋਗਰਾਮ ਚੱਲਦਾ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਸਸਕੈਚੁਅਨ 'ਚ ਵੀ ਹੈਗਾ ਪ੍ਰੋਗਰਾਮ। ਨੋਵਾ ਸਕੋਸ਼ੀਆ ਤੇ PEI 'ਚ ਕੀ ਹੈਗਾ ਕਿ ਤੁਸੀਂ 6 ਮਹੀਨੇ ਕੰਮ ਕਰ ਲਓ ਐਂਟਰੀ ਲੈਵਲ ਪੋਜੀਸ਼ਨ 'ਚ, ਕਿ ਕੋਈ ਵੀ ਜਨਰਲ ਲੇਬਰ ਦੀ ਕੰਮ ਕਰ ਲਓ, ਸਿਕਿਉਰਿਟੀ ਗਾਰਡ ਦਾ ਕੰਮ ਕਰ ਲਓ, 6 ਮਹੀਨੇ ਕੰਮ ਕਰਕੇ ਤੁਸੀਂ PNP ਦੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਬੈਸਟ ਥਿੰਗ ਇਨ ਨੋਵਾ ਸਕੋਸ਼ੀਆ, ਕੋਈ ਪੁਆਇੰਟ ਸਿਸਟਮ ਨਹੀਂ ਹੈਗਾ। ਸੋ ਇਹ ਨਹੀਂ ਹੈਗਾ ਵੀ ਅੱਜ ਜਾ ਕੇ ਤੁਸੀਂ ਉੱਥੇ ਕੰਮ ਲੱਭ ਲਿਆ, ਕੱਲ ਨੂੰ ਪੁਆਇੰਟਸ ਇੰਨੇ ਵੱਧ ਜਾਣਗੇ ਕਿ ਤੁਹਾਨੂੰ ਇਨਵੀਟੇਸ਼ਨ ਨਹੀਂ ਆਉਣਾ। ਦੇਅਰ ਇਜ਼ ਨੋ ਪੁਆਇੰਟ ਸਿਸਟਮ, ਦੇਅਰ ਇਜ਼ ਨੋ ਡਰਾ ਸਿਸਟਮ। 6 ਮਹੀਨੇ ਕੰਮ ਕਰਕੇ 12ਵੀਂ ਤੁਹਾਡੀ ਪੜ੍ਹਾਈ ਹੋਣੀ ਚਾਹੀਦੀ, 21 ਤੋਂ 55 ਤੁਹਾਡੀ ਏਜ ਹੋਣੀ ਚਾਹੀਦੀ ਆ, 4 ਬੈਂਡ ਤੁਹਾਨੂੰ ਆਈਲੈਟਸ ਤੋਂ ਚਾਹੀਦੇ ਆ, 6 ਮਹੀਨੇ ਕੰਮ ਕਰਕੇ ਯੂ ਕੈਨ ਫਾਈਲ ਫॉर योर PNP। ਕਮਲ ਜੀ, ਥੈਂਕ ਯੂ ਵੈਰੀ ਮੱਚ। ਅਸੀਂ ਨੰਬਰ ਸਕਰੀਨ ਤੇ ਡਿਸਪਲੇ ਕਰਤੇ ਆ, ਕਿਸੇ ਨੂੰ ਵੀ ਕੋਈ ਸਵਾਲ ਹੋਇਆ, ਕਿਉਂਕਿ ਸਵਾਲ ਅਸੀਂ ਇੰਨੇ ਕੀ ਲੈ ਸਕਦੇ ਹਾਂ, ਲੇਕਿਨ ਸਵਾਲ ਬਹੁਤ ਹੈ ਇਮੀਗ੍ਰੇਸ਼ਨ ਦੇ ਜੁੜੇ, ਤੇ ਉਹ ਤੁਹਾਨੂੰ ਰੀਚ ਕਰ ਸਕਦੇ। ਹਾਂਜੀ, ਥੈਂਕ ਯੂ ਸੋ ਮੱਚ। ਤੁਸੀਂ ਸਾਨੂੰ 4168260002 ਤੇ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ, ਵਿਲ ਬੀ ਹੈਪੀ ਟੂ ਹੈਲਪ। ਥੈਂਕ ਯੂ ਕਮਲ ਜੀ। ਥੈਂਕ ਯੂ। ਸੋ ਆ ਸੀਗੇ ਕਮਲ ਮਾਨ ਇਮੀਗ੍ਰੇਸ਼ਨ ਤੋਂ, ਇਮੀਗ੍ਰੇਸ਼ਨ ਐਕਸਪਰਟ। ਤੁਹਾਡਾ ਕੋਈ ਸਵਾਲ ਹੈ, ਫੈਮਿਲੀ ਦੇ ਨਾਲ ਜੁੜਿਆ ਕੋਈ ਸਵਾਲ ਹੈ, HNC, ਵਿਜ਼ਟਰ, ਵਰਕ ਪਰਮਿਟ ਜਾਂ ਰਿਫਿਊਜੀ ਕੇਸਿਸ ਦੇ ਉੱਪਰ,
ਤੇ ਤੁਸੀਂ ਕਮਲ ਮਾਨ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਔਰ ਆਪਣੀ ਜਿਹੜੀ ਇਨਕੁਆਇਰੀਜ਼ ਹੈ ਉਹਨੂੰ ਤੁਸੀਂ ਸੈਟੀਸਫਾਈ ਹੋਣਾ ਬਹੁਤ ਜ਼ਰੂਰੀ ਹੈ, ਫਿਰ ਆਪਣੀ ਫਾਈਲ ਦੇ ਅੱਗੇ ਪ੍ਰੋਸੈਸ ਕਰਾਓ। ਸੋ ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਪ੍ਰਾਈਮ ਇਮੀਗ੍ਰੇਸ਼ਨ ਦਾ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।